ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਿਲ ਮਾਤਾ ਖੀਵੀ ਜੀ। ਸਿੱਖ ਗੁਰੂ ਮਹਿਲਾਂ ਅਤੇ ਗੁਰੂ ਸਾਹਿਬ ਦੀਆਂ ਪਤਨੀਆਂ ਦਾ ਸਿੱਖੀ ਮਹੱਲ ਦੀ ਉਸਾਰੀ ਅਤੇ ਗੁਰਮਤ ਮਰਿਆਦਾ ਨੂੰ ਆਮ ਜੀਵਨ ਵਿੱਚ ਪ੍ਰਚਲਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਹੈ। ਵਿਰੋਧੀ ਇਤਿਹਾਸਕਾਰਾਂ ਨੇ ਇਹਨਾਂ ਗੁਰੂ ਮਹਿਲਾਂ ਦੀ ਸਿੱਖੀ ਦੇ ਮਹੱਲ ਦੀ ਉਸਾਰੀ ਵਿੱਚ ਪਏ ਮਹੱਤਵਪੂਰਨ ਹਿੱਸੇ ਦਾ ਬਹੁਤ ਘੱਟ ਜ਼ਿਕਰ ਕੀਤਾ ਹੈ। ਜਿੱਥੋਂ ਤੱਕ ਹੋ ਸਕਿਆ ਹੈ, ਬਹੁਤੇ ਇਤਿਹਾਸਕਾਰਾਂ ਨੇ ਆਪਣੀ ਰੰਗਦਾਰ ਐਨਕ ਵਿੱਚੋਂ ਵੇਖਦਿਆਂ ਆਪਣੇ ਵਿਸ਼ੇਸ਼ ਦ੍ਰਿਸ਼ਟੀਕੋਣ ਨੂੰ ਹੀ ਮੁੱਖ ਰੱਖਿਆ ਜਾਪਦਾ ਹੈ। ਸਿੱਖ ਇਤਿਹਾਸਕਾਰਾਂ ਨੇ ਜਿੱਥੇ ਆਪਣੇ ਵਿਰਸੇ ਨੂੰ ਸੰਭਾਲਣ ਵਿੱਚ ਅਣਗਹਿਲੀ ਕੀਤੀ ਹੈ, ਉੱਥੇ ਹੀ ਇਹਨਾਂ ਗੁਰੂ ਮਹਿਲਾਂ ਦੀ ਦੇਣ ਨੂੰ ਉਜਾਗਰ ਕਰਨ ਵਿੱਚ ਵੀ ਚੋਖੀ ਢਿੱਲ ਵਿਖਾਈ ਹੈ। ਡਾਕਟਰ ਜਸਪਾਲ ਸਿੰਘ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ, ਸਿੱਖ ਪੰਥ ਦੀ ਨੁਹਾਰ ਨਿਸ਼ਚਿਤ ਕਰਨ ਵਿੱਚ ਗੁਰੂ ਪਰੰਪਰਾ ਦੇ ਮਹਿਲਾਂ ਦਾ ਉਚੇਚਾ ਯੋਗਦਾਨ ਹੈ। ਭਾਵੇਂ ਗੁਰੂ ਮਹਿਲਾਂ ਦੀ ਵਡਮੁੱਲੀ ਦੇਣ ਬਾਰੇ ਸਿੱਖ ਪ੍ਰਾਥਮਿਕ ਸਰੋਤਾਂ ਵਿੱਚ ਇਤਿਹਾਸਕ ਸਮੱਗਰੀ ਦੀ ਬਹੁਤ ਘਾਟ ਹੈ, ਪਰ ਫਿਰ ਵੀ ਜਿਹੜੇ ਠੋਸ ਹਵਾਲੇ ਮਿਲਦੇ ਹਨ, ਉਹਨਾਂ ਦੇ ਆਧਾਰ ਤੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਮਹਿਲਾਂ ਨੇ ਸਿੱਖੀ ਦਾ ਮਹੱਲ ਉਸਾਰਨ ਵਿੱਚ ਬੁਨਿਆਦ ਦਾ ਕੰਮ ਕੀਤਾ ਹੈ। ਇਤਿਹਾਸ ਸਾਖੀ ਹੈ ਕਿ ਜਿੱਥੇ ਗੁਰੂ ਸਾਹਿਬਾਨ ਆਪਣੇ ਸਾਰੇ ਸਮੇਂ, ਸ਼ਕਤੀ ਤੇ ਸਾਧਨਾ ਰਾਹੀਂ ਲੋਕਾਂ ਨੂੰ ਰੂਹਾਨੀ ਅਗਵਾਈ ਦੇਣ ਵਿੱਚ ਰੁੱਝੇ ਰਹਿੰਦੇ ਸਨ, ਉੱਥੇ ਗੁਰੂ ਮਹਿਲ ਗੁਰੂ ਸਾਹਿਬਾਨ ਦੇ ਧੁਰੋਂ ਨਿਰਦੇਸ਼ਿਤ ਉਦੇਸ਼ ਦੀ ਪ੍ਰਾਪਤੀ ਲਈ ਸੁਖਾਵਾਂ ਮਾਹੌਲ ਰਚਣ ਵੱਲ ਪੂਰੀ ਜੀ ਜਾਨ ਤੇ ਸਮਰੱਥਾ ਲਾ ਦਿੰਦੇ ਸਨ। ਗੁਰੂ ਦਰਬਾਰ ਦੇ ਰੱਖ ਰਖਾਅ ਤੇ ਨਿੱਤ ਦੇ ਕਾਰਜਾਂ ਦਾ ਨਿਰਵਾਹ ਗੁਰੂ ਮਹਿਲਾਂ ਦੇ ਜ਼ਿੰਮੇ ਸੀ ਅਤੇ ਅਸਲ ਵਿੱਚ ਉਹਨਾਂ ਦੇ ਪ੍ਰਬੰਧ ਹੇਠ ਹੀ ਗੁਰੂ ਘਰ ਦੀਆਂ ਪਰੰਪਰਾਵਾਂ ਦੀ ਪਰਪੱਕਤਾ ਨਿਸ਼ਚਿਤ ਹੋ ਰਹੀ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਪੂਰੀ ਗੁਰੂ ਪਰੰਪਰਾ ਦੇ ਦੌਰ ਵਿੱਚ ਗੁਰੂ ਮਹਿਲਾਂ ਦਾ ਕਾਰਜ ਖੇਤਰ ਪੂਰੀ ਤਰ੍ਹਾਂ ਨਿਰਧਾਰਿਤ ਤੇ ਪਰਿਭਾਸ਼ਿਤ ਰਿਹਾ ਹੈ ਅਤੇ ਇਸ ਤਰ੍ਹਾਂ ਗੁਰੂ ਪਰੰਪਰਾ ਦੇ ਨਾਲ-ਨਾਲ ਗੁਰੂ ਮਹਿਲ ਪਰੰਪਰਾ ਵੀ ਆਪਣੇ ਆਪ ਵਿੱਚ ਇੱਕ ਸੰਸਥਾ ਦੇ ਰੂਪ ਵਿੱਚ ਕਾਰਜਸ਼ੀਲ ਰਹੀ ਹੈ। ਸਵਰਨ ਸਿੰਘ ਭੌਰਾ ਅਨੁਸਾਰ ਖੀਵੀ ਜੀ ਦਾ ਜਨਮ ਸੰਨ 1503 ਈਸਵੀ ਨੂੰ ਪਿੰਡ ਸੰਗਰ ਵਿੱਚ ਦੇਵੀ ਚੰਦ ਖੱਤਰੀ ਦੇ ਘਰ ਮਾਤਾ ਕਰਨ ਦੇਵੀ ਦੀ ਕੁੱਖੋਂ ਹੋਇਆ। ਮਾਤਾ ਖੀਵੀ ਜੀ ਦਾ ਪਰਿਵਾਰ ਧਾਰਮਿਕ ਰੁਚੀ ਵਾਲਾ ਤੇ ਲੋਕ ਸੇਵਾ ਵਿੱਚ ਦਿਲਚਸਪੀ ਲੈਣ ਵਾਲਾ ਸੀ। ਇਸ ਲਈ ਖੀਵੀ ਜੀ ਦੇ ਜੀਵਨ ਕਾਲ ਦੇ ਆਰੰਭ ਵਿੱਚ ਹੀ ਇਹਨਾਂ ਗੁਣਾਂ ਦਾ ਪ੍ਰਵੇਸ਼ ਹੋਣਾ ਸ਼ੁਰੂ ਹੋ ਗਿਆ। ਹਰ ਮਨੁੱਖੀ ਜੀਵ ਤੇ ਬਾਲਪਨ ਵਿੱਚ ਮਾਤਾ ਪਿਤਾ ਦੀ ਰਹਿਣੀ ਬਹਿਣੀ ਦਾ ਚੋਖਾ ਪ੍ਰਭਾਵ ਹੁੰਦਾ ਹੈ। ਪਰਿਵਾਰ ਦੀਆਂ ਇਹਨਾਂ ਧਾਰਮਿਕ ਰੁਚੀਆਂ ਦੇ ਫਲਸਰੂਪ ਹੀ ਖੀਵੀ ਜੀ ਦੇ ਜਵਾਨ ਹੁੰਦਿਆਂ ਹੀ ਉਹਨਾਂ ਦਾ ਰਿਸ਼ਤਾ ਮੱਤੇ ਦੀ ਸਰਾਂ ਵਿੱਚ ਭਾਈ ਫੇਰੂਮਲ ਦੇ ਸਪੁੱਤਰ ਭਾਈ ਲਹਿਣਾ ਜੀ ਨਾਲ ਹੋ ਗਿਆ। ਪ੍ਰੋਫੈਸਰ ਕਰਤਾਰ ਸਿੰਘ ਆਪਣੀ ਰਚਨਾ ਸਿੱਖ ਇਤਿਹਾਸ ਵਿੱਚ ਲਿਖਦੇ ਹਨ ਕਿ ਸੰਮਤ 1576 ਈਸਵੀ ਵਿੱਚ ਬੀਬੀ ਖੀਵੀ ਦਾ ਵਿਆਹ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਨਾਲ ਪਿੰਡ ਸੰਗਰ ਵਿੱਚ ਹੀ ਹੋਇਆ। ਲਹਿਣਾ ਜੀ ਦੇ ਵਿਆਹ ਤੋਂ ਪਿੱਛੋਂ ਛੇਤੀ ਹੀ ਪਿੰਡ ਦਾ ਚੌਧਰੀ ਬਾਬਾ ਫੇਰੂਮਲ ਨਾਲ ਖਾਮ-ਖਾ ਵਿਗਾੜ ਬੈਠਾ ਤੇ ਉਹਨਾਂ ਨੂੰ ਤੰਗ ਕਰਨ ਲੱਗ ਪਿਆ। ਇਲਾਕੇ ਦੇ ਮੁਸਲਮਾਨ ਹਾਕਮ ਦਾ ਵਤੀਰਾ ਵੀ ਚੰਗਾ ਨਾ ਰਿਹਾ। ਇਸ ਭੈੜੇ ਸਲੂਕ ਤੇ ਸਖਤੀ ਦੇ ਕਾਰਨ ਬਾਬਾ ਫੇਰੂਮਲ ਨੇ ਮੱਤੇ ਕੀ ਸਰਾਂ ਛੱਡ ਕੇ ਹੋਰ ਥੇ ਜਾ ਵਸਣ ਦੀ ਸਲਾਹ ਕੀਤੀ। ਪਹਿਲਾਂ ਉਹ ਸਤਲੁਜ ਬਿਆਸ ਦੇ ਸੰਗਮ ਪਾਸਲੇ ਪਿੰਡ ਹਰੀਕੇ ਜਾ ਵਸੇ। ਛੇਤੀ ਮਗਰੋਂ ਸ੍ਰੀ ਲਹਿਣਾ ਜੀ ਦੇ ਸਹੁਰਿਆਂ ਦੀ ਪ੍ਰੇਰਨਾ ਕਰਕੇ ਸੰਗਰ ਚਲੇ ਗਏ ਅਤੇ ਉੱਥੇ ਕਾਰ ਵਿਹਾਰ ਤੇ ਦੁਕਾਨਦਾਰੀ ਕਰਨ ਲੱਗ ਪਏ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਖੀਵੀ ਜੀ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ
ਕਿ ਮਾਤਾ ਖੀਵੀ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦੀ ਮਹਿਲ ਜੋ ਖਡੂਰ ਨਿਵਾਸੀ ਦੇਵੀ ਚੰਦ ਖੱਤਰੀ ਦੀ ਸੁਪੁੱਤਰੀ ਸੀ। ਇਸ ਦਾ ਵਿਆਹ ਲਹਿਣਾ ਜੀ ਨਾਲ ਸੰਮਤ 1576 ਈਸਵੀ ਵਿੱਚ ਹੋਇਆ ਸੀ। ਮਾਤਾ ਖੀਵੀ ਜੀ ਦਾ ਦੇਹਾਂਤ ਸੰਮਤ 1639 ਵਿੱਚ ਹੋਇਆ ਸੀ। ਦੇਹਰਾ ਖਡੂਰ ਵਿੱਚ ਹੈ। ਗਿਆਨੀ ਠਾਕੁਰ ਸਿੰਘ ਜੀ ਨੇ ਸ੍ਰੀ ਗੁਰਦੁਆਰੇ ਦਰਸ਼ਨ ਵਿੱਚ ਗੁਰੂ ਮਹਿਲਾਂ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਖੀਵੀ ਜੀ ਬਾਰੇ ਲਿਖਿਆ ਹੈ। ਖੀਵੀ ਜੀ ਦਾ ਜਨਮ ਲਾਲਾ ਭਗਵਾਨ ਦਾਸ ਦੇ ਘਰ ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਜਨਮ ਸੰਮਤ ਮਾਘ ਦਿਨ 11 ਵੀਰਵਾਰ ਨੂੰ ਹੋਇਆ। 1576 ਮਾਘ ਦਿਨ 16 ਸ਼ਨੀਚਰਵਾਰ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨਾਲ ਵਿਆਹ ਹੋਇਆ ਅਤੇ ਸੰਮਤ 1639 ਮਹੀਨੇ ਵਿਸਾਖ ਦਿਨ 4 ਬੁੱਧਵਾਰ ਨੂੰ ਜੋਤੀ ਜੋਤ ਖਡੂਰ ਸਾਹਿਬ ਵਿੱਚ ਸਮਾਏ। ਸੱਚ ਤਾਂ ਇਹ ਹੈ ਕਿ ਖੀਵੀ ਜੀ ਦੇ ਜਨਮ ਦੀਆਂ ਤਾਰੀਖਾਂ ਬਾਰੇ ਲੇਖਕਾਂ ਤੇ ਖੋਜੀਆਂ ਦੀਆਂ ਲਿਖਤਾਂ ਵਿੱਚ ਬਹੁਤ ਅੰਤਰ ਹੈ। ਇਸੇ ਤਰ੍ਹਾਂ ਕੋਈ ਇਤਿਹਾਸਕਾਰ ਇਹਨਾਂ ਦਾ ਜਨਮ ਸੰਗਰ ਵਿੱਚ ਲਿਖਦਾ ਹੈ ਤੇ ਕੋਈ ਇਹਨਾਂ ਦਾ ਜਨਮ ਹਰੀਕੇ ਪੱਤਣ ਤੇ ਕੋਈ ਲੇਖਕ ਉਹਨਾਂ ਦਾ ਜਨਮ ਖਡੂਰ ਵਿੱਚ ਹੋਇਆ ਲਿਖਦਾ ਹੈ। ਇਸ ਬਾਰੇ ਸਿਰਫ ਕਿਆਸ ਅਰਾਈਆਂ ਹੀ ਲਾਈਆਂ ਜਾ ਸਕਦੀਆਂ ਹਨ। ਗੁਰੂ ਅੰਗਦ ਦੇਵ ਜੀ ਦਾ ਜਨਮ 1504 ਵਿੱਚ ਹੋਇਆ ਸਰਬ ਪ੍ਰਵਾਨ ਹੈ। ਉਹਨਾਂ ਦਾ ਵਿਆਹ ਖੀਵੀ ਜੀ ਨਾਲ 15 ਸਾਲਾਂ ਦੀ ਆਯੂ ਵਿੱਚ ਹੋਇਆ ਮੰਨਿਆ ਜਾਂਦਾ ਹੈ। ਆਮ ਪਰੰਪਰਾ ਅਨੁਸਾਰ ਪਤਨੀ ਦੀ ਉਮਰ ਪਤੀ ਤੋਂ 2-4 ਸਾਲ ਘੱਟ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਦਾ ਜਨਮ 1506 ਜਾਂ 1507 ਹੀ ਬਣਦਾ ਹੈ। ਮੱਤੇ ਕੀ ਸਰਾਂ ਦੇ ਵਸਨੀਕ ਤਖਤਮਲ ਦੀ ਸੁਪੁੱਤਰੀ ਮਾਤਾ ਵਿਰਾਈ ਜੀ ਖਡੂਰ ਰਹਿੰਦੇ ਸਨ। ਉਹ ਲਹਿਣਾ ਜੀ ਦੇ ਰਿਸ਼ਤੇ ਵਿੱਚੋਂ ਭੂਆ ਸੀ। ਇੱਥੇ ਖਡੂਰ ਵਿੱਚ ਆ ਕੇ ਉਹ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਤੇ ਸਿੱਧਕੀ ਗੁਰਮੁਖ ਨਾਰੀ ਬਣ ਗਈ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਫੇਰੂਮਲ ਜੀ ਚਲਾਣਾ ਕਰ ਗਏ ਹਨ ਤਾਂ ਉਹਦੀ ਪ੍ਰੇਰਨਾ ਨਾਲ ਲਹਿਣਾ ਜੀ ਦਾ ਪਰਿਵਾਰ ਖਡੂਰ ਆ ਕੇ ਵਸਣ ਲੱਗਾ। ਕਈ ਇਤਿਹਾਸਕਾਰ ਲਿਖਦੇ ਹਨ ਕਿ ਲਹਿਣਾ ਜੀ ਨਾਲ ਖੀਵੀ ਜੀ ਦਾ ਰਿਸ਼ਤਾ ਕਰਵਾਉਣ ਦਾ ਮੁੱਖ ਉਦਮ ਵੀ ਵਿਰਾਈ ਜੀ ਦਾ ਹੀ ਸੀ। ਲਹਿਣਾ ਜੀ ਪਿਤਾ ਵਾਂਗ ਹੀ ਜਥਿਆਂ ਨਾਲ ਹਰ ਸਾਲ ਦੇਵੀ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਬਾਕੀ ਸਾਰਾ ਸਮਾਂ ਉਹ 10 ਨੋਹਾਂ ਦੀ ਸੁੱਚੀ ਕਿਰਤ ਕਮਾਈ ਕਰਦੇ ਤੇ ਨਾਲ-ਨਾਲ ਪਿਤਾ ਪੁਰਖੀ ਅਨੁਸਾਰ ਪ੍ਰਭੂ ਸਿਮਰਨ ਲਈ ਵੀ ਸਮਾਂ ਕੱਢਦੇ। ਖੀਵੀ ਜੀ ਬਾਲ ਬੱਚਿਆਂ ਦੀ ਪਾਲਣਾ ਪੋਸ਼ਣਾ ਵੱਲ ਧਿਆਨ ਦਿੰਦੇ। ਧਾਰਮਿਕ ਵਿਚਾਰਾਂ ਦੇ ਹੋਣ ਕਾਰਨ ਬੱਚਿਆਂ ਨੂੰ ਧਰਮ ਕਰਮ ਦੇ ਰਾਹੇ ਪਾਉਣ ਦਾ ਯਤਨ ਕਰਦੇ ਰਹਿੰਦੇ। ਉਹਨਾਂ ਦੀਆਂ ਧਾਰਮਿਕ ਰੁਚੀਆਂ ਕਾਰਨ ਹੀ ਉਹ ਖੁੱਲੇ ਦਿਲ ਨਾਲ ਦਾਨ ਪੁੰਨ ਵੀ ਕਰਦੇ। ਜਿੱਥੇ ਉਹ ਨਗਰ ਵਿੱਚ ਆਏ ਸਾਧੂ ਸੰਤਾਂ ਨੂੰ ਭੋਜਨ ਛਕਾਉਂਦੇ ਤੇ ਪਤੀ ਦੀ ਨੇਕ ਕਮਾਈ ਵਿੱਚੋਂ ਬਸਤਰ ਆਦਿ ਵੀ ਲੈ ਕੇ ਦਿੰਦੇ ਰਹਿੰਦੇ ਸਨ। ਉਹਨਾਂ ਦੇ ਖੁੱਲੇ ਡੁੱਲੇ ਸੁਭਾਅ ਦਾ ਕਾਰਨ ਇਹ ਸੀ ਕਿ ਲਹਿਣਾ ਜੀ ਨੇ ਕਦੇ ਉਹਨਾਂ ਨੂੰ ਦਾਨ ਪੁੰਨ ਕਰਨ ਤੋਂ ਨਹੀਂ ਸੀ ਰੋਕਿਆ। ਨਾ ਹੀ ਖੀਵੀ ਜੀ ਨੇ ਕਦੀ ਉਹਨਾਂ ਦੇ ਧਰਮ ਯਾਤਰਾ ਕਰਨ ਤੋਂ ਆਪਣਾ ਮੂੰਹ ਮੈਲਾ ਕੀਤਾ ਸੀ। ਜਦ ਪੁੱਤਰ ਜਵਾਨ ਹੋ ਗਏ ਤੇ ਕਾਰੋਬਾਰ ਵਿੱਚ ਹੱਥ ਵਟਾਉਣ ਲੱਗ ਪਏ, ਫਿਰ ਲਹਿਣਾ ਜੀ ਹੋਰ ਵਧੇਰੇ ਸਮਾਂ ਧਰਮ ਕਰਮ ਲਈ ਕੱਢਣ ਲੱਗ ਪਏ। ਉਹਨਾਂ ਕਈ ਹੋਰ ਧਰਮ ਸਥਾਨਾਂ ਦੀ ਯਾਤਰਾ ਵੀ ਕੀਤੀ ਤੇ ਖੀਵੀ ਜੀ ਮਾਤਾ ਵਿਰਾਈ ਜੀ ਦੇ ਨੇੜੇ ਹੁੰਦੇ ਗਏ। ਉਹਨਾਂ ਵਿਰਾਈ ਜੀ ਤੋਂ ਗੁਰੂ ਨਾਨਕ ਜੀ ਦੀ ਉਪਮਾ ਤੇ ਰੱਬੀ ਜੋਤ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਦੇ ਮਨ ਤੇ ਉਹਦਾ ਡੂੰਘਾ ਪ੍ਰਭਾਵ ਪਿਆ। ਇੱਕ ਦਿਨ ਲਹਿਣਾ ਜੀ ਤੇ ਖੀਵੀ ਜੀ ਘਰ ਵਿੱਚ ਬੈਠੇ ਜਦ ਵਿਚਾਰ ਵਟਾਂਦਰਾ ਕਰ ਰਹੇ ਸਨ ਤਾਂ ਲਹਿਣਾ ਜੀ ਨੇ ਕਿਹਾ, ਪਤਾ ਨਹੀਂ ਕੀ ਗੱਲ ਹੈ, ਮੈਂ ਕਈ ਥਾਵਾਂ ਤੋਂ ਹੋ ਆਇਆ ਹਾਂ ਪਰ ਮੇਰੇ ਮਨ ਦੀ ਤ੍ਰਿਪਤੀ ਨਹੀਂ ਹੋਈ। ਇਉਂ ਜਾਪਦਾ ਏ ਅਜੇ ਕੋਈ ਘਾਟ ਹੈ ਤੇ ਮੈਂ ਟਿਕਾਣੇ ਨਹੀਂ ਪਹੁੰਚ ਸਕਿਆ। ਤਾਂ ਖੀਵੀ ਜੀ ਨੇ ਵਿਰਾਈ ਜੀ ਨਾਲ ਹੋਈ ਗੱਲਬਾਤ ਤੋਂ ਜਾਣੂ ਕਰਾਇਆ ਤੇ ਦੱਸਿਆ ਕਿ ਉਹ ਤਾਂ ਗੁਰੂ ਨਾਨਕ ਦੇ ਉਪਾਸ਼ਕ ਹਨ ਤੇ ਮੰਨਦੇ ਹਨ ਤੇ ਉਹਨਾਂ ਦੇ ਦਰਸ਼ਨ ਕੀਤਿਆਂ ਠੰਡ ਪੈਂਦੀ ਏ। ਉਹਨਾਂ ਦੇ ਵਿਚਾਰ ਸੁਣ ਕੇ
ਭਟਕਦੇ ਮਨ ਤ੍ਰਿਪਤ ਹੋ ਜਾਂਦੇ ਹਨ। ਤੁਸੀਂ ਵੀ ਉਹਨਾਂ ਦੇ ਦਰਸ਼ਨ ਕਰੋ ਤਾਂ ਹੋ ਸਕਦਾ ਹੈ ਕਿ ਤੁਹਾਡੀ ਵੀ ਸੰਤੁਸ਼ਟਤਾ ਹੋ ਜਾਏ, ਤੁਹਾਨੂੰ ਜੀਵਨ ਦਾ ਸੱਚਾ ਰਹਿਬਰ ਮਿਲ ਜਾਏ। ਲਹਿਣਾ ਜੀ ਉਸੇ ਵੇਲੇ ਮਾਤਾ ਵਿਰਾਈ ਦੇ ਘਰ ਗਏ ਤੇ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਤੋਂ ਬਹੁਤ ਕੁਝ ਸੁਣਿਆ। ਵਿਰਾਈ ਜੀ ਨੇ ਦੱਸਿਆ ਕਿ ਉਹ ਜਦੋਂ ਜਗਤ ਜਲੰਦੇ ਨੂੰ ਠਾਰਨ ਲਈ ਸੁਲਤਾਨਪੁਰ ਲੋਧੀ ਤੋਂ 20-25 ਸਾਲ ਪਹਿਲਾਂ ਚਲੇ ਗਏ ਸਨ ਤਾਂ ਖਡੂਰ ਵੀ ਆਏ ਸਨ। ਮੈਂ ਉਹਨਾਂ ਦੇ ਦਰਸ਼ਨ ਕੀਤੇ ਸਨ, ਯਥਾ ਸ਼ਕਤ ਸੇਵਾ ਵੀ ਕੀਤੀ ਸੀ। ਤੁਸੀਂ ਵੀ ਉਹਨਾਂ ਦੇ ਦਰਸ਼ਨ ਕਰੋ ਤਾਂ ਹੋ ਸਕਦਾ ਹੈ ਕਿ ਤੁਹਾਡੀ ਸੰਤੁਸ਼ਟਤਾ ਹੋ ਜਾਏ, ਤੁਹਾਨੂੰ ਜੀਵਨ ਦਾ ਸੱਚਾ ਰਹਿਬਰ ਮਿਲ ਜਾਏ। ਲਹਿਣਾ ਜੀ ਉਸੇ ਵੇਲੇ ਮਾਤਾ ਵਿਰਾਈ ਦੇ ਘਰ ਗਏ ਤੇ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਤੋਂ ਬਹੁਤ ਕੁਝ ਸੁਣਿਆ। ਵਿਰਾਈ ਜੀ ਨੇ ਦੱਸਿਆ ਕਿ ਜਦੋਂ ਜਗਤ ਜਲੰਦੇ ਨੂੰ ਠਾਰਨ ਲਈ ਗੁਰੂ ਨਾਨਕ ਜੀ ਸੁਲਤਾਨਪੁਰ ਲੋਧੀ ਤੋਂ 20-25 ਸਾਲ ਪਹਿਲਾਂ ਚੱਲੇ ਸਨ ਤਾਂ ਖਡੂਰ ਵੀ ਆਏ ਸਨ। ਮੈਂ ਉਹਨਾਂ ਦੇ ਦਰਸ਼ਨ ਕੀਤੇ ਸਨ, ਯਥਾ ਸ਼ਕਤ ਸੇਵਾ ਵੀ ਕੀਤੀ ਸੀ। ਉਹ ਮੈਨੂੰ ਨਾਮ ਸਿਮਰਨ ਦੇ ਰਾਹ ਪਾ ਗਏ। ਹੁਣ ਮੈਂ ਉਹਨਾਂ ਦੀ ਬਾਣੀ ਦੁਆਰਾ ਹੀ ਪ੍ਰਭੂ ਸਿਮਰਨ ਵਿੱਚ ਲੱਗੀ ਹੋਈ ਹਾਂ। ਅੱਜ ਹਜ਼ਾਰਾਂ ਲੱਖਾਂ ਲੋਕ ਤੇ ਕਈ ਦੇਸ਼ਾਂ ਦੇਸ਼ਾਂਤਰਾਂ ਦੀ ਲੋਕਾਈ ਉਹਨਾਂ ਨੂੰ ਆਪਣਾ ਗੁਰੂ ਪੀਰ ਮੰਨਦੀ ਏ। ਬੜੇ ਬੜੇ ਸੰਤ ਮਹਾਤਮਾ, ਜੋਗੀ ਜਤੀ ਤੇ ਹਿੰਦੂ ਮੁਸਲਮਾਨ ਉਹਨਾਂ ਦੇ ਪਰਮਾਤਮਾ ਰੂਪ ਦਾ ਸਿੱਕਾ ਮੰਨਦੇ ਹਨ। ਜਦ ਵਿਰਾਈ ਜੀ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸ ਰਹੇ ਸਨ ਤਾਂ ਖੀਵੀ ਜੀ ਵੀ ਕੋਲ ਬੈਠੇ ਇਹ ਸੁਣ ਰਹੇ ਸਨ ਤੇ ਦਿਲੋਂ ਗਦਗਦ ਹੋ ਰਹੇ ਸਨ। ਲਹਿਣਾ ਜੀ ਨੇ ਪੁੱਛਿਆ ਕਿ ਅੱਜ ਕੱਲ ਉਹ ਕਿੱਥੇ ਰਹਿੰਦੇ ਹਨ ਤਾਂ ਵਿਰਾਈ ਜੀ ਨੇ ਸਮਝਾਇਆ ਕਿ ਅੱਜ ਕੱਲ ਉਹ ਰਾਵੀ ਦੇ ਪਾਰ ਆਪਣੇ ਵਸਾਏ ਨਗਰ ਕਰਤਾਰਪੁਰ ਵਿੱਚ ਰਹਿੰਦੇ ਹਨ। ਬੜੀ ਦੂਰੋਂ ਦੂਰੋਂ ਉਹਨਾਂ ਦੇ ਵਿਚਾਰ ਸੁਣਨ ਲਈ ਦੁਨੀਆ ਕਰਤਾਰਪੁਰ ਆਉਂਦੀ ਏ। ਥੋੜਾ ਚਿਰ ਹੀ ਹੋਇਆ ਏ, ਪਹਿਲਾਂ ਤਾਂ ਉਹ ਦੁਨੀਆ ਨੂੰ ਅਸਲ ਜੀਵਨ ਦਾ ਮਾਰਗ ਸਮਝਾਉਣ ਲਈ ਕਈ ਦੇਸ਼ਾਂ ਵਿੱਚ ਜਾ ਚੁੱਕੇ ਹਨ। ਉਹ ਸਾਰੇ ਲੋਕਾਂ ਨੂੰ ਇਹੋ ਉਪਦੇਸ਼ ਦਿੰਦੇ ਆਏ ਹਨ ਕਿ ਇੱਕ ਪ੍ਰਭੂ ਦਾ ਸਿਮਰਨ ਕਰੋ, ਨਾਲ ਨਾਲ ਆਪਣਾ ਗ੍ਰਸਤੀ ਜੀਵਨ ਬਿਤਾਉਂਦਿਆਂ ਨੇਕ ਕਮਾਈ ਵਿੱਚ ਜੁਟੋ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ, ਖਾਸ ਕਰਕੇ ਲੋੜਵੰਦਾਂ ਨਾਲ ਆਪਣੀ ਕਿਰਤ ਕਮਾਈ ਵੰਡ ਕੇ ਛਕੋ। ਲਹਿਣਾ ਜੀ ਤੇ ਬੜਾ ਡੂੰਘਾ ਅਸਰ ਹੋਇਆ। ਉਹਨਾਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰਨ ਜਾਣਗੇ। ਇਸ ਲਈ ਉਹਨਾਂ ਕਰਤਾਰਪੁਰ ਰਾਵੀ ਦਾ ਪਤਾ ਚੰਗੀ ਤਰ੍ਹਾਂ ਸਮਝ ਲਿਆ ਤੇ ਜਦੋਂ ਕੁਝ ਦਿਨਾਂ ਪਿੱਛੋਂ ਉਹਨਾਂ ਦੇ ਸੰਗੀ ਸਾਥੀਆਂ ਦਾ ਜੱਥਾ ਘੋੜੀਆਂ ਤੇ ਸਵਾਰ ਹੋ ਕੇ ਦੇਵੀ ਦਰਸ਼ਨ ਨੂੰ ਚੱਲਿਆ ਤਾਂ ਉਹਨਾਂ ਖੀਵੀ ਜੀ ਨੂੰ ਦੱਸਿਆ ਕਿ ਇਸ ਯਾਤਰਾ ਵਿੱਚ ਜਾਂਦੇ ਹੋਏ ਉਹ ਕਰਤਾਰਪੁਰ ਗੁਰੂ ਨਾਨਕ ਜੀ ਦੇ ਦਰਸ਼ਨ ਜ਼ਰੂਰ ਕਰਕੇ ਆਉਣਗੇ। ਮੈਨੂੰ ਬੇਬੇ ਵਿਰਾਈ ਦੇ ਪ੍ਰਭਾਵ ਤੋਂ ਜਾਪਦਾ ਹੈ ਕਿ ਮੈਨੂੰ ਵੀ ਉੱਥੋਂ ਮਨ ਤੇ ਆਤਮਾ ਦੀ ਸ਼ਾਂਤੀ ਤੇ ਸੰਤੁਸ਼ਟਤਾ ਮਿਲ ਜਾਏਗੀ। ਜੇ ਮੈਨੂੰ ਉੱਥੇ ਕੁਝ ਸਮਾਂ ਲੱਗ ਜਾਏ ਤਾਂ ਚਿੰਤਾ ਨਾ ਕਰਨੀ, ਬੱਚਿਆਂ ਨੂੰ ਕੰਮਕਾਰ ਲਈ ਉਤਸ਼ਾਹ ਦੇਈ ਰੱਖਣਾ। ਸਰਦਾਰ ਸਵਰਨ ਸਿੰਘ ਭੌਰ, ਸਰਲੀ ਕਲਾਂ, ਅੰਮ੍ਰਿਤਸਰ ਨੇ ਮਾਤਾ ਖੀਵੀ ਜੀ ਬਾਰੇ ਸੰਤ ਸਿਪਾਹੀ ਵਿੱਚ ਜੋ ਲੇਖ ਪ੍ਰਕਾਸ਼ਿਤ ਕੀਤਾ ਹੈ, ਉਸ ਵਿੱਚ ਉਹਨਾਂ ਲਹਿਣਾ ਜੀ ਦੇ ਗੁਰੂ ਨਾਨਕ ਦੇਵ ਬਾਰੇ ਜਾਣਕਾਰੀ ਦਾ ਮੁੱਢਲਾ ਆਧਾਰ ਇਉਂ ਬਿਆਨ ਕੀਤਾ ਹੈ। ਲਹਿਣਾ ਜੀ ਨੂੰ ਇੱਕ ਦਿਨ ਅੰਮ੍ਰਿਤ ਵੇਲੇ ਕਿਸੇ ਪਾਸੇ ਤੋਂ ਅੰਮ੍ਰਿਤ ਬਾਣੀ ਦੀ ਆਵਾਜ਼ ਕੰਨਾਂ ਵਿੱਚ ਪਈ। ਇਹ ਭਾਈ ਜੋਧ ਸੀ ਜੋ ਬਾਣੀ ਪੜ੍ਹ ਰਿਹਾ ਸੀ। ਜਿਵੇਂ ਮਿਕਨਾਤੀਸ ਵੱਲ ਲੋਹਾ ਖਿੱਚਿਆ ਜਾਂਦਾ ਹੈ, ਇਸੇ ਤਰ੍ਹਾਂ ਲਹਿਣਾ ਜੀ ਬਾਣੀ ਵੱਲ ਖਿੱਚੇ ਗਏ। ਭਾਈ ਜੋਧ ਜੀ ਕੋਲ ਪਹੁੰਚ ਕੇ ਬੇਨਤੀ ਕੀਤੀ ਤੇ ਬਾਣੀ ਦੀ ਬਾਬਤ ਪੁੱਛਿਆ ਕਿ ਆਪ ਜੀ ਕੀ ਪੜ੍ਹ ਰਹੇ ਸੀ। ਉਹ ਕਿਹੜਾ ਕਲਾਮ ਸੀ ਜੋ ਮੇਰੇ ਸੀਨੇ ਵਿੱਚ ਐਸਾ ਘਰ ਕਰ ਗਿਆ ਹੈ। ਪਿਆਰੇ, ਮੈਨੂੰ ਵੀ ਉਹ ਸ਼ਬਦ ਦਾ ਗਿਆਨ ਬਖਸ਼ੋ। ਭਾਈ ਜੋਧ ਜੀ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਕਿਹਾ, ਪਿਆਰੇ ਭਗਤ ਜੀ, ਇਹ ਸ਼ਬਦ ਦਾ ਪ੍ਰਸ਼ਾਦ
ਆਪ ਜੀ ਨੂੰ ਕਰਤਾਰਪੁਰ ਤੋਂ ਪ੍ਰਾਪਤ ਹੋਵੇਗਾ। ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰੋ। ਮੈਂ ਤਾਂ ਗੁਰੂ ਜੀ ਦਾ ਨਿਮਾਣਾ ਸਿੱਖ ਹਾਂ। ਜੇ ਸਵਰਨ ਸਿੰਘ ਭੌਰ ਦੀ ਜਾਣਕਾਰੀ ਨੂੰ ਠੀਕ ਵੀ ਮੰਨ ਲਈਏ ਤਾਂ ਵੀ ਇਹੀ ਸਿੱਟਾ ਨਿਕਲਦਾ ਹੈ ਕਿ ਭਾਈ ਲਹਿਣਾ ਜੀ ਨੂੰ ਖਡੂਰ ਵਿੱਚ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਬਾਰੇ ਜਦ ਪਤਾ ਲੱਗਾ ਤਾਂ ਤੁਰੰਤ ਉਹਨਾਂ ਦੇ ਮਨ ਵਿੱਚ ਦਰਸ਼ਨਾਂ ਦੀ ਅਭਿਲਾਸ਼ਾ ਪੈਦਾ ਹੋ ਗਈ। ਉਹਨਾਂ ਅਵਸ਼ ਆਪਣੀ ਪਤਨੀ ਖੀਵੀ ਜੀ ਨਾਲ ਗੱਲ ਕੀਤੀ ਹੋਵੇਗੀ ਤੇ ਉਹਨਾਂ ਅਵਸ਼ ਚੜ੍ਹਦੀ ਕਲਾ ਵਾਲਾ ਹੁੰਗਾਰਾ ਭਰਿਆ ਹੋਵੇਗਾ। ਲਹਿਣਾ ਜੀ ਦੇਵੀ ਦਰਸ਼ਨਾਂ ਨੂੰ ਸੰਗਤ ਨਾਲ ਜਾਂਦੇ ਰਾਹ ਵਿੱਚ ਕਰਤਾਰਪੁਰ ਰਾਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਸਿੱਖ ਲੈ ਕੇ ਪਹੁੰਚ ਗਏ। ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਰਤਾਰਪੁਰ ਵਿੱਚ ਅਚਾਨਕ ਮਿਲ ਪਏ, ਉਸਨੇ ਉਹਨਾਂ ਦੇ ਦਿਲ ਦਿਮਾਗ ਤੇ ਡੂੰਘਾ ਅਸਰ ਕੀਤਾ। ਕਈ ਸਾਖੀਕਾਰ ਲਿਖਦੇ ਹਨ ਕਿ ਉਹਨਾਂ ਨੂੰ ਰਾਤ ਵੇਲੇ ਗੁਰੂ ਨਾਨਕ ਦੇ ਦਰ ਤੋਂ ਸੇਵਾ ਕਰਦਿਆਂ ਦੇਵੀ ਦੇ ਦਰਸ਼ਨ ਹੋਏ। ਕਈ ਸਾਖੀਕਾਰ ਲਿਖਦੇ ਹਨ ਕਿ ਉਹਨਾਂ ਨੂੰ ਰਾਤ ਵੇਲੇ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਦਿਆਂ ਦੇਵੀ ਦੇ ਦਰਸ਼ਨ ਹੋਏ। ਉਹਨਾਂ ਦਾ ਮਨ ਬਦਲ ਗਿਆ ਤੇ ਉਹ ਸਦਾ ਲਈ ਗੁਰੂ ਨਾਨਕ ਦੇ ਘਰ ਨਾਲ ਜੁੜ ਗਏ। ਕੁਝ ਦਿਨ ਕਰਤਾਰਪੁਰ ਰਹਿ ਕੇ ਗੁਰੂ ਨਾਨਕ ਸਾਹਿਬ ਦੀ ਆਗਿਆ ਅਨੁਸਾਰ ਖਡੂਰ ਸਾਹਿਬ ਆ ਗਏ ਅਤੇ ਨਾਮ ਸਿਮਰਨ ਤੇ ਕਿਰਤ ਕਰਨ ਵਿੱਚ ਲੱਗ ਪਏ। ਖੀਵੀ ਜੀ ਨੂੰ ਦੱਸਿਆ ਜੋ ਕਰਤਾਰਪੁਰ ਦੇਖਿਆ ਤੇ ਸੁਣਿਆ ਸੀ। ਮਾਤਾ ਵਿਰਾਈ ਜਾਂ ਭਾਈ ਜੋਧ ਦੇ ਪ੍ਰਗਟਾਏ ਪ੍ਰਭਾਵ ਨਾਲੋਂ ਵੀ ਵੱਧ ਇਹਨਾਂ ਦੇ ਅਸਰ ਵੇਖ ਕੇ ਖੀਵੀ ਜੀ ਨੇ ਇੱਛਾ ਪ੍ਰਗਟ ਕੀਤੀ ਕਿ ਹੁਣ ਜਦੋਂ ਜਾਓ ਤਾਂ ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਤੇ ਉਹਨਾਂ ਤੋਂ ਸਿੱਖਿਆ ਲੈਣ ਦੀ ਚਾਹਵਾਨ ਹਾਂ। ਲਹਿਣਾ ਜੀ ਨੇ ਉੱਤਰ ਦਿੱਤਾ ਕਿ ਮੇਰਾ ਦਿਲ ਤਾਂ ਉੱਥੋਂ ਆਉਣ ਨੂੰ ਹੀ ਨਹੀਂ ਸੀ ਕਰਦਾ। ਗੁਰੂ ਜੀ ਨੇ ਮੈਨੂੰ ਗਿਆਨ ਬਖਸ਼ਿਆ ਤੇ ਗ੍ਰਸਥੀ ਮਨੁੱਖਾਂ ਵਾਲੇ ਕਾਰ ਵਿਹਾਰ ਤਿਆਗਣੇ ਨਹੀਂ, ਪਰਿਵਾਰ ਵੱਲ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹਨ। ਗੁਜ਼ਰਾਨ ਲਈ ਕਿਰਤ ਕਰਨੀ ਵੀ ਜ਼ਰੂਰੀ ਹੈ। ਇਸ ਲਈ ਮੈਨੂੰ ਉਹਨਾਂ ਖਡੂਰ ਆਉਣ ਦੀ ਆਗਿਆ ਕੀਤੀ, ਪਰ ਹੁਣ ਮੇਰਾ ਇੱਥੇ ਦਿਲ ਨਹੀਂ ਲੱਗਦਾ। ਭਾਵੇਂ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਖੁਸ਼ੀ ਤੇ ਸ਼ਾਂਤੀ ਮਿਲ ਰਹੀ ਏ, ਪਰ ਮਨ ਤੇ ਆਤਮਾ ਗੁਰੂ ਚਰਨਾਂ ਨਾਲ ਜੁੜੀ ਹੋਈ ਏ ਤੇ ਜੀ ਕਰਦਾ ਏ ਝਟਪਟ ਕੰਮਕਾਜ ਲੜਕਿਆਂ ਨੂੰ ਸੌਂਪ ਕੇ ਫਿਰ ਕਰਤਾਰਪੁਰ ਪਹੁੰਚ ਜਾਵਾਂ। 1 ਸਾਲ ਮੈਂ ਪੂਰਾ ਤਾਂ ਉਡੀਕ ਨਹੀਂ ਕਰ ਸਕਦਾ। ਮੈਂ ਛੇਤੀ ਹੀ ਕੁਝ ਦਿਨਾਂ ਪਿੱਛੋਂ ਕਰਤਾਰਪੁਰ ਜਾਣ ਦਾ ਵਿਚਾਰ ਰੱਖਦਾ ਹਾਂ। ਗੁਰੂ ਦਰਸ਼ਨਾਂ ਦੀ ਭੁੱਖ ਪਲ ਪਲ ਮੇਰੇ ਅੰਦਰ ਵੱਧ ਰਹੀ ਏ। ਖੀਵੀ ਜੀ ਨੇ ਉੱਤਰ ਦਿੱਤਾ, ਤੁਸੀਂ ਤਾਂ ਦਰਸ਼ਨ ਕਰਕੇ ਤੇ ਉਪਦੇਸ਼ ਸੁਣ ਕੇ ਕੁਝ ਸਮਾਂ ਸੇਵਾ ਵਿੱਚ ਬਿਤਾ ਕੇ ਆਏ ਹੋ। ਮੈਂ ਤੁਹਾਡੇ ਤੋਂ ਸੁਣ ਕੇ ਹੀ ਵਿਆਕੁਲ ਹੋ ਰਹੀ ਹਾਂ ਤੇ ਜੀ ਚਾਹੁੰਦਾ ਏ ਕਿ ਮੈਂ ਛੇਤੀ ਤੁਹਾਡੇ ਸੰਗ ਜਾਵਾਂ। ਲਹਿਣਾ ਜੀ ਖੀਵੀ ਜੀ ਦੇ ਵਿਚਾਰ ਸੁਣ ਕੇ ਪ੍ਰਸੰਨ ਹੋਏ ਤੇ ਜਦੋਂ ਉਹ ਦੂਜੀ ਵਾਰ ਕਰਤਾਰਪੁਰ ਗਏ ਤਾਂ ਖੀਵੀ ਜੀ ਵੀ ਉਹਨਾਂ ਦੇ ਨਾਲ ਗੁਰੂ ਦਰਸ਼ਨਾਂ ਲਈ ਪੁੱਜ ਗਏ। ਕਰਤਾਰਪੁਰ ਪਹੁੰਚ ਗਏ। ਕਰਤਾਰਪੁਰ ਜਾ ਕੇ ਉਹਨਾਂ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਜੋ ਜੀਵਨ ਸੇਧ ਸਮਝਾ ਰਹੇ ਨੇ ਉਸ ਤੇ ਉਹ ਆਪ ਵੀ ਅਮਲ ਕਰ ਰਹੇ ਹਨ। ਫਿਰ ਵੀ ਉਹ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਵੱਧ ਤੋਂ ਵੱਧ ਸਮਾਂ ਲਾ ਰਹੇ ਹਨ। ਜੇ ਉਹ ਦੂਜਿਆਂ ਨੂੰ ਕਿਰਤ ਕਰਨ ਦੀ ਪ੍ਰੇਰਨਾ ਦੇ ਰਹੇ ਹਨ ਤਾਂ ਪਹਿਲਾਂ ਆਪ ਖੇਤੀਬਾੜੀ ਨੂੰ ਲੱਗੇ ਹੋਏ ਹਨ। ਫਿਰ ਉਹਨਾਂ ਖੁੱਲ੍ਹਾ ਲੰਗਰ ਲਾਇਆ ਹੋਇਆ ਹੈ, ਉਸ ਵਿੱਚੋਂ ਹਰ ਕੋਈ ਲੰਗਰ ਛਕ ਸਕਦਾ ਹੈ। ਖੀਵੀ ਜੀ ਦੀ ਅੰਤਰ ਆਤਮਕਤਾ ਤੇ ਮਾਨਸਿਕਤਾ ਤੇ ਬਹੁਤ ਹੀ ਡੂੰਘਾ ਅਸਰ ਹੋਇਆ। ਉਹਨਾਂ ਦੇਖਿਆ ਕਿ ਦੂਰੋਂ ਨੇੜਿਓਂ ਗੁਰੂ ਦਰਸ਼ਨਾਂ ਨੂੰ ਸੰਗਤਾਂ ਆ ਰਹੀਆਂ ਨੇ ਤੇ ਜੋ ਅੰਨਦਾਣਾ ਜਾਂ ਵਸਤਾਂ ਭੇਟ ਲਿਆ ਰਹੇ ਨੇ ਉਹ ਸਭ ਲੰਗਰ ਵਿੱਚ ਵਰਤਾਈਆਂ ਜਾ ਰਹੀਆਂ ਨੇ। ਕਰਤਾਰਪੁਰ ਆ ਕੇ ਜਦ ਇਹ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਦੀ ਪਤਨੀ ਮਾਤਾ ਸੁਲੱਖਣੀ ਜੀ ਲੰਗਰ ਵਿੱਚ ਲੰਗਰ ਤਿਆਰ ਕਰਨ ਦੀ ਸੇਵਾ ਹੱਥੀਂ ਕਰ ਰਹੇ ਨੇ ਤੇ ਸੰਗਤਾਂ ਦੇ ਬੇਨਤੀ ਕਰਨ ਦੇ ਬਾਵਜੂਦ ਕਦੇ ਰੋਟੀਆਂ ਪਕਾਉਂਦੇ ਹਨ
ਤੇ ਕਦੇ ਦਾਲ ਸਬਜ਼ੀ ਚਾੜਦੇ ਹਨ। ਇਧਰੋਂ ਵੇਲੇ ਹੁੰਦੇ ਹਨ ਤਾਂ ਭਾਂਡੇ ਮਾਂਜਣ ਦੀ ਸੇਵਾ ਵਿੱਚ ਜੁਟ ਪੈਂਦੇ। ਖੀਵੀ ਜੀ ਨੇ ਇੱਥੋਂ ਮਨ ਵਿੱਚ ਧਾਰ ਲਿਆ ਕਿ ਉਹ ਵੀ ਇਸੇ ਤਰ੍ਹਾਂ ਨਾਮ ਸਿਮਰਨ ਵਿੱਚ ਲੱਗ ਕੇ ਸੇਵਾ ਦੇ ਖੇਤਰ ਵਿੱਚ ਆਪਣਾ ਜੀਵਨ ਸਫਲਾ ਕਰਨਗੇ। ਮਾਤਾ ਖੀਵੀ ਦੀ ਕੁੱਖ ਤੋਂ ਲਹਿਣਾ ਜੀ ਦੇ ਘਰ 2 ਸਪੁੱਤਰਾਂ ਅਤੇ 2 ਸਪੁੱਤਰੀਆਂ ਦਾ ਜਨਮ ਹੋਇਆ। ਦਾਸੂ ਜੀ ਦਾ ਜਨਮ 1524 ਈਸਵੀ ਨੂੰ ਹੋਇਆ। ਦਾਤੂ ਜੀ ਦਾ ਜਨਮ 1537 ਈਸਵੀ ਨੂੰ ਹੋਇਆ। ਆਪ ਜੀ ਦੀ ਵੱਡੀ ਸਪੁੱਤਰੀ ਦਾ ਨਾਂ ਬੀਬੀ ਅਮਰੋ ਸੀ ਅਤੇ ਛੋਟੀ ਦਾ ਨਾਂ ਬੀਬੀ ਅਨੋਖੀ ਸੀ। ਖੀਵੀ ਜੀ ਨੇ ਬੱਚਿਆਂ ਦੀ ਪਾਲਣਾ ਵੱਲ ਆਪਣਾ ਪੂਰਾ ਧਿਆਨ ਦਿੱਤਾ। ਉਹਨਾਂ ਕਦੀ ਵੀ ਸ਼ਿਕਾਇਤ ਨਹੀਂ ਕੀਤੀ ਕਿ ਲਹਿਣਾ ਜੀ ਆਪਣਾ ਬਹੁਤਾ ਸਮਾਂ ਘਰ ਵਿੱਚ ਨਹੀਂ ਬਿਤਾਉਂਦੇ, ਸਗੋਂ ਉਹਨਾਂ ਨੂੰ ਖੁਸ਼ੀ ਹੁੰਦੀ ਕਿ ਉਹ ਗੁਰੂ ਨਾਨਕ ਦੇਵ ਜੀ ਪਾਸ ਰਹਿ ਕੇ ਆਪਣਾ ਆਤਮਿਕ ਗਿਆਨ ਵਧਾ ਰਹੇ ਨੇ। ਕਰਤਾਰਪੁਰ ਵਿੱਚ ਰਹਿੰਦਿਆਂ ਹਰ ਵੇਲੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ, ਹਰ ਹੁਕਮ ਮੰਨਦੇ, ਕਦੇ ਮੱਥੇ ਵੱਟ ਨਹੀਂ ਪਾਇਆ ਤੇ ਕਦੇ ਥਕਾਵਟ ਮਹਿਸੂਸ ਨਹੀਂ ਕੀਤੀ। ਖੁਸ਼ੀ-ਖੁਸ਼ੀ ਹਰ ਹੁਕਮ ਦੀ ਪਾਲਣਾ ਕਰਦੇ। ਜੇ ਗੁਰੂ ਨਾਨਕ ਦੇਵ ਜੀ ਨੇ ਧਾਨ ਦੀ ਫਸਲ ਵਿੱਚੋਂ ਚੁਣੇ ਹੋਏ ਚਿੱਕੜ ਭਰੇ ਘਾਹ ਨੂੰ ਚੁੱਕਣ ਦਾ ਆਦੇਸ਼ ਦਿੱਤਾ ਤਾਂ ਖੁਸ਼ੀ-ਖੁਸ਼ੀ ਪੰਡ ਸਿਰ ਤੇ ਚੁੱਕ ਕੇ ਘਰ ਲੈ ਆਏ। ਮਾਤਾ ਸੁਲੱਖਣੀ ਜੀ ਨੇ ਮਹਿਸੂਸ ਕੀਤਾ ਕਿ ਇਹਨਾਂ ਦੇ ਕੱਪੜੇ ਖਰਾਬ ਹੋ ਗਏ ਹਨ। ਜਦੋਂ ਮਾਤਾ ਜੀ ਨੇ ਮਿੱਠਾ ਜਿਹਾ ਸ਼ਿਕਵਾ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਇਸ ਦੇ ਸਿਰ ਉੱਪਰ ਘਾਹ ਦੀ ਪੰਡ ਨਹੀਂ ਸੀ, ਦੀਨ ਦੁਨੀਆ ਦਾ ਛਤਰ ਸੀ। ਇਸ ਗੱਭਰੂ ਨੇ ਬੜਾ ਭਾਰ ਚੁੱਕਣਾ ਹੈ ਆਪਣੇ ਸਿਰ ਤੇ। ਮੋਢਿਆਂ ਉੱਤੇ ਇਹ ਛਿੱਟਾਂ ਚਿੱਕੜ ਦੀਆਂ ਨਹੀਂ, ਇਹ ਤਾਂ ਕੇਸਰ ਦੇ ਛਿੱਟੇ ਤਰੌਂਕੇ ਹਨ। ਵੇਖਿਓ ਤਾਂ ਸਹੀ ਕਰਤਾਰ ਦੇ ਰੰਗ। ਲਹਿਣਾ ਜੀ ਸੇਵਾ ਕਰਦੇ ਕਰਦੇ ਹਰ ਵੇਲੇ ਨਾਲ ਰਹਿਣ ਵਾਲੇ ਨਿੱਜੀ ਸੇਵਕ ਬਣ ਗਏ। ਗੁਰੂ ਨਾਨਕ ਦੇਵ ਜੀ ਨਾਲ ਇਸ ਨੇੜਤਾ ਤੋਂ ਕਈਆਂ ਨੂੰ ਈਰਖਾ ਹੋਣ ਲੱਗੀ। ਇਹ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਆਗਿਆ ਕੀਤੀ ਕਿ ਤੁਸੀਂ ਖਡੂਰ ਜਾ ਕੇ ਰਹੋ, ਅਸੀਂ ਤੁਹਾਨੂੰ ਉੱਥੇ ਮਿਲਣ ਆਇਆ ਕਰਾਂਗੇ। ਜਦੋਂ ਕਰਤਾਰਪੁਰ ਲਿਆਉਣਾ ਹੋਇਆ ਤਾਂ ਆਪ ਤੁਹਾਨੂੰ ਬੁਲਾ ਲਵਾਂਗੇ। ਲਹਿਣਾ ਜੀ ਖਡੂਰ ਆ ਗਏ। 2 ਵਾਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮਿਲਣ ਆਏ ਤੇ ਦੂਜੀ ਵਾਰ ਉਹ ਖਡੂਰ ਤੋਂ ਲਹਿਣਾ ਜੀ ਨੂੰ ਆਪਣੇ ਨਾਲ ਲੈ ਗਏ। ਕਰਤਾਰਪੁਰ ਵਿੱਚ ਲਹਿਣਾ ਜੀ ਦੀ ਪ੍ਰੀਖਿਆ ਦਾ ਦੌਰ ਸ਼ੁਰੂ ਹੋਇਆ। ਇਸ ਦੌਰ ਵਿੱਚ ਗੁਰੂ ਜੀ ਦੇ ਸਪੁੱਤਰ ਤੇ ਕੁਝ ਹੋਰ ਮੁਖੀ ਸਿੱਖ ਪ੍ਰੀਖਿਆ ਵਿੱਚ ਅਸਫਲ ਰਹੇ। ਗੁਰੂ ਜੀ ਜਿਹੜਾ ਕੰਮ ਆਖਣ ਉਹ ਕਿੰਤੂ ਕਰਦੇ, ਪਰ ਲਹਿਣਾ ਜੀ ਇਹਨਾਂ ਇਮਤਿਹਾਨਾਂ ਵਿੱਚ ਪੂਰੀ ਤਰ੍ਹਾਂ ਸਫਲ ਹੋਏ। ਉਹਨਾਂ ਹਰ ਇਮਤਿਹਾਨ ਦਾ ਪਰਚਾ ਖਿੜੇ ਮੱਥੇ ਹੱਲ ਕੀਤਾ, ਜਿਸ ਦੇ ਫਲਸਰੂਪ ਜਦ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਾ ਸਮਾਂ ਆਇਆ ਤਾਂ ਉਹਨਾਂ ਲਹਿਣਾ ਜੀ ਨੂੰ ਆਪਣੀ ਥਾਂ ਆਸਣ ਤੇ ਬਿਠਾਇਆ। 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਆਪਣੀ ਨਾਨਕ ਜੋਤ ਦਾ ਪ੍ਰਕਾਸ਼ ਲਹਿਣਾ ਜੀ ਵਿੱਚ ਕਰਕੇ ਉਹਨਾਂ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਆਪਣੀ ਬਾਣੀ ਦੀ ਪੋਥੀ ਤੇ ਭਗਤਾਂ ਦੀ ਇਕੱਤਰ ਕੀਤੀ ਬਾਣੀ ਵੀ ਉਹਨਾਂ ਨੂੰ ਸੌਂਪ ਦਿੱਤੀ। ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਵਾਇਆ ਤੇ ਫਿਰ ਫਰਮਾਇਆ, ਤੁਸੀਂ ਖਡੂਰ ਚਲੇ ਜਾਓ ਤੇ ਉੱਥੇ ਰਹਿੰਦਿਆਂ ਸਿੱਖੀ ਦੀ ਲੋਕ ਲਹਿਰ ਦੀ ਅਗਵਾਈ ਕਰੋ। ਗੁਰੂ ਅੰਗਦ ਦੇਵ ਜੀ ਆਗਿਆ ਮੰਨ ਕੇ ਖਡੂਰ ਆ ਗਏ। ਮਾਤਾ ਖੀਵੀ ਜੀ ਨੂੰ ਅਪਾਰ ਖੁਸ਼ੀ ਹੋਈ, ਕਿਉਂਕਿ ਗੁਰੂ ਜੀ ਉਹਨਾਂ ਦੇ ਪਤੀ ਹੋਣ ਦੇ ਨਾਲ ਗੁਰਦੇਵ ਦੇ ਰੂਪ ਵਿੱਚ ਵੀ ਖਡੂਰ ਪਧਾਰੇ ਸਨ। ਗੁਰੂ ਅੰਗਦ ਦੇਵ ਜੀ ਮਾਤਾ ਵਿਰਾਈ ਦੇ ਘਰ ਕੋਠੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਰਹਿਣ ਲੱਗੇ ਤੇ ਗੁਰੂ ਨਾਨਕ ਦੇਵ ਜੀ ਦੇ ਵਿਛੋੜੇ ਨੂੰ ਇਕਾਂਤ ਵਿੱਚ ਬੈਠ ਕੇ ਨਾਮ ਜਪਣ ਰਾਹੀਂ ਬਰਦਾਸ਼ਤ ਕਰਨ ਦਾ ਯਤਨ ਕਰਨ ਲੱਗੇ। ਸਾਰੇ ਦੂਰ ਦੁਰਾਡੇ ਸਿੱਖ ਸੰਗਤਾਂ ਵਿੱਚ ਇਹ ਧੁੰਮ ਗਿਆ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਖਡੂਰ ਸਾਹਿਬ ਵਿੱਚ ਚਲੇ ਗਏ ਹਨ। ਇਸ ਲਈ ਗੁਰੂ ਦਰਸ਼ਨਾਂ ਦੇ ਚਾਹਵਾਨ ਖਡੂਰ ਆਉਣ ਲੱਗ ਪਏ।
ਪਰ ਇੱਥੇ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਣ ਤੇ ਨਾ ਕੋਈ ਦੱਸ ਸਕੇ ਕਿ ਗੁਰੂ ਸਾਹਿਬ ਇਸ ਵਕਤ ਕਿੱਥੇ ਹਨ। ਮਾਤਾ ਖੀਵੀ ਜੀ ਵੀ ਗੁਰੂ ਜੀ ਦੀ ਆਗਿਆ ਅਨੁਸਾਰ ਇਸ ਮਸਲੇ ਤੇ ਚੁੱਪ ਸਨ, ਪਰ ਉਹ ਦਰਸ਼ਨਾਂ ਲਈ ਆਉਣ ਵਾਲੀਆਂ ਸਿੱਖ ਸੰਗਤਾਂ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ। ਹਰ ਆਏ ਦਰਸ਼ਨ ਅਭਿਲਾਸ਼ੀ ਦੀ ਉਸੇ ਤਰ੍ਹਾਂ ਸੇਵਾ ਕਰਦੇ ਜਿਵੇਂ ਉਹਨਾਂ ਕਰਤਾਰਪੁਰ ਵੇਖਿਆ ਸੀ। ਸਿੱਖ ਸੰਗਤਾਂ ਦੀ ਵਿਆਕੁਲਤਾ ਨੂੰ ਵੇਖ ਕੇ ਜਦੋਂ ਬਾਬਾ ਬੁੱਢਾ ਜੀ ਖਡੂਰ ਸਾਹਿਬ ਆਏ ਤਾਂ ਉਹਨਾਂ ਗੁਰੂ ਅੰਗਦ ਦੇਵ ਜੀ ਨੂੰ ਲੱਭ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਤੇ ਆਤਮਿਕ ਕਲਿਆਣ ਲਈ ਸਿੱਖੀ ਦਾ ਮਾਰਗਦਰਸ਼ਨ ਕਰਨ ਲਈ ਬਾਹਰ ਲੈ ਆਂਦਾ। ਇਸ ਤਰ੍ਹਾਂ ਖਡੂਰ ਸਾਹਿਬ ਵਿੱਚ ਉਸੇ ਤਰ੍ਹਾਂ ਗੁਰੂ ਦਰਸ਼ਨਾਂ ਲਈ ਸ਼ਰਧਾਲੂ ਆਉਣ ਲੱਗ ਪਏ। ਗੁਰੂ ਅੰਗਦ ਦੇਵ ਜੀ ਨੇ ਹਰ ਵੇਲੇ ਆਈਆਂ ਸੰਗਤਾਂ ਲਈ ਲੰਗਰ ਤਿਆਰ ਕਰਨ ਦੀ ਆਗਿਆ ਕੀਤੀ ਤੇ ਮਾਤਾ ਖੀਵੀ ਜੀ ਇਸ ਲੰਗਰ ਦੇ ਮੁੱਖ ਪ੍ਰਬੰਧਕ ਬਣੇ। ਉਹ ਆਪਣਾ ਬਹੁਤਾ ਸਮਾਂ ਲੰਗਰ ਵਿੱਚ ਬਿਤਾਉਂਦੇ ਤੇ ਲੰਗਰ ਦੀ ਸੇਵਾ ਵਿੱਚ ਹੱਥ ਵਟਾਉਣ ਵਾਲੇ ਮਰਦਾਂ ਤੇ ਔਰਤਾਂ ਨਾਲ ਮਿਲ ਕੇ ਵਧੀਆ ਤੋਂ ਵਧੀਆ ਲੰਗਰ ਬਣਾਉਂਦੇ। ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਜਦ ਉਹਨਾਂ ਦਾ ਤਿਆਰ ਕੀਤਾ ਤੇ ਕਰਵਾਇਆ ਲੰਗਰ ਛਕਣ ਲਈ ਸੰਗਤ ਪੰਗਤਾਂ ਵਿੱਚ ਜੁੜਦੀ ਤਾਂ ਗੁਰੂ ਅੰਗਦ ਦੇਵ ਜੀ ਆਪ ਪੰਗਤ ਵਿੱਚ ਆ ਬੈਠਦੇ ਤੇ ਸੰਗਤਾਂ ਨਾਲ ਮਿਲ ਕੇ ਲੰਗਰ ਛਕਦੇ। ਜਿੱਥੇ ਗੁਰੂ ਘਰ ਦੇ ਪਿਆਰ ਨਾਲ ਤਿਆਰ ਕੀਤੇ ਲੰਗਰ ਦੀ ਹਰ ਪਾਸੇ ਸ਼ੋਭਾ ਹੋਣ ਲੱਗ ਪਈ, ਉੱਥੇ ਮਾਤਾ ਖੀਵੀ ਦੇ ਇਸ ਯੋਗਦਾਨ ਦਾ ਚਰਚਾ ਵੀ ਹਰ ਪਾਸੇ ਹੋਣ ਲੱਗਾ। ਮਾਤਾ ਖੀਵੀ ਜੀ ਦੇ ਇਸ ਤਿਆਰ ਲੰਗਰ ਵਿੱਚ ਘਿਆਲੀ ਖੀਰ ਦੀ ਵਿਸ਼ੇਸ਼ ਸਿਫਤ ਹੁੰਦੀ, ਕਿਉਂਕਿ ਇਹ ਖੀਰ ਦੇਸੀ ਘਿਓ ਪਾ ਕੇ ਤਿਆਰ ਹੁੰਦੀ ਸੀ। ਬਾਣੀ ਦੇ ਉਚਾਰਨ ਨਾਲ ਤਿਆਰ ਕੀਤਾ ਲੰਗਰ ਵਧੇਰੇ ਸਵਾਦਲਾ ਅਨੁਭਵ ਹੁੰਦਾ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਿੱਥੇ ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਸ਼ਬਦ ਦਾ ਪ੍ਰਸਾਦ ਵੰਡਦੇ ਸਨ, ਉੱਥੇ ਮਾਤਾ ਖੀਵੀ ਜੀ ਲੰਗਰ ਦਾ ਪ੍ਰਬੰਧ ਬੜੀ ਲਗਨ ਨਾਲ ਸੰਭਾਲਿਆ ਕਰਦੇ ਸਨ, ਜਿਸ ਦੀ ਪ੍ਰੋੜਤਾ ਸੱਤੇ ਬਲਵੰਡ ਦੀ ਰਾਮਕਲੀ ਦੀ ਵਾਰ ਤੋਂ ਹੁੰਦੀ ਹੈ। ਵਾਰ ਦੀ ਇਸ ਪੌੜੀ ਵਿੱਚ ਉਹ ਲਿਖਦੇ ਹਨ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਕਈ ਵਿਦਵਾਨਾਂ ਨੇ ਇਸ ਵਿਚਾਰ ਦੀ ਪੁਸ਼ਟੀ ਕੀਤੀ ਹੈ ਕਿ ਮਾਤਾ ਖੀਵੀ ਜੀ ਲੰਗਰ ਵਿੱਚ ਖੀਰ ਬਣਾ ਕੇ ਦੇਸੀ ਘਿਓ ਪਾ ਕੇ ਸੰਗਤਾਂ ਵਿੱਚ ਵਰਤਾਇਆ ਕਰਦੇ ਸਨ। ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਤੀਜੀ ਨਾਨਕ ਜੋਤ ਬਣਾ ਕੇ ਗੁਰਗੱਦੀ ਸੌਂਪੀ ਅਤੇ ਆਗਿਆ ਕੀਤੀ ਕਿ ਤੁਸੀਂ ਆਪਣੇ ਵਸਾਏ ਨਗਰ ਗੋਇੰਦਵਾਲ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰੋ। ਗੁਰੂ ਅੰਗਦ ਦੇਵ ਜੀ ਦੇ ਦੋਵੇਂ ਸੁਪੁੱਤਰ ਦਾਸੂ ਜੀ ਤੇ ਦਾਤੂ ਜੀ ਇਸ ਫੈਸਲੇ ਤੇ ਜਦ ਨਾਰਾਜ਼ ਹੋਏ ਤੇ ਗੁਰਗੱਦੀ ਤੇ ਆਪਣਾ ਹੱਕ ਜਤਾਇਆ ਤਾਂ ਮਾਤਾ ਖੀਵੀ ਜੀ ਨੇ ਉਹਨਾਂ ਨੂੰ ਭਾਣਾ ਮੰਨਣ ਤੇ ਗੁਰੂ ਜੀ ਦੇ ਫੈਸਲੇ ਤੇ ਸੰਤੁਸ਼ਟ ਹੋਣ ਲਈ ਪ੍ਰੇਰਨਾ ਕਰਦਿਆਂ ਕਿਹਾ, ਇਹ ਪੰਡ ਬਹੁਤ ਭਾਰੀ ਏ, ਜਿਸ ਨੂੰ ਤੁਸੀਂ ਸੰਭਾਲਣ ਦੇ ਯੋਗ ਨਹੀਂ। ਸੋ ਇਹ ਕੋਈ ਜੱਦੀ ਜਾਇਦਾਦ ਨਹੀਂ ਜਿਸ ਦੇ ਵਾਸਤੇ ਤੁਸੀਂ ਨਾਰਾਜ਼ ਹੁੰਦੇ ਹੋ। ਤੁਸੀਂ ਗੁਰੂ ਪੁੱਤਰ ਹੋਣ ਦੇ ਨਾਤੇ ਕਦੇ ਸੇਵਾ ਨਹੀਂ ਸੀ ਕੀਤੀ, ਸਗੋਂ ਹੁਕਮ ਕਰਦੇ ਸੋ। ਜੇ ਗੁਰਤਾ ਗੱਦੀ ਵਿਰਸੇ ਵਿੱਚ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੁਪੁੱਤਰ ਸ੍ਰੀ ਚੰਦ ਜੀ ਕਰਨੀ ਵਾਲੇ ਮਹਾਪੁਰਸ਼ ਅਤੇ ਰਾਜਯੋਗੀ ਸਨ। ਲਖਮੀ ਦਾਸ ਜੀ ਵੀ ਸਰਬ ਕਲਾ ਸੰਪੂਰਨ ਸਨ, ਪਰ ਉਹਨਾਂ ਵੱਲੋਂ ਆਪਣੇ ਪਿਤਾ ਦਾ ਹੁਕਮ ਨਾ ਮੰਨਣ ਤੇ ਗੁਰਤਾ ਤੁਹਾਡੇ ਪਿਤਾ ਨੂੰ ਪ੍ਰਾਪਤ ਹੋਈ ਸੀ। ਆਪ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਕਰੋ, ਕਿਸੇ ਕਿਸਮ ਦੀ ਤੋਟ ਨਹੀਂ ਆਵੇਗੀ। ਰਿੱਧੀਆਂ ਸਿੱਧੀਆਂ ਆਪ ਦੇ ਪਿੱਛੇ ਫਿਰਨਗੀਆਂ। ਦਾਸੂ ਜੀ ਨੇ ਤਾਂ ਇਹ ਪਿਆਰ ਤੇ ਸਿਆਣਪ ਭਰਿਆ ਸੁਝਾਅ ਮੰਨ ਲਿਆ, ਪਰ ਦਾਤੂ ਜੀ ਨੇ ਹੁਕਮ ਨਾ ਮੰਨਿਆ ਤੇ ਗੋਇੰਦਵਾਲ ਵਿੱਚ ਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੋਲ ਕਬੋਲ ਕੀਤੇ। ਤੇ ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੇ ਗੁਰੂ ਜੀ ਨੂੰ ਬੋਲ ਕਬੋਲ ਬੋਲੇ ਹਨ ਤਾਂ ਉਹ ਖੁਦ ਚੱਲ ਕੇ ਗੋਇੰਦਵਾਲ ਗਏ।
ਉੱਥੇ ਪੁੱਜ ਕੇ ਆਪਣੇ ਪੁੱਤਰ ਦੀ ਗਲਤੀ ਦੀ ਮੁਆਫੀ ਮੰਗੀ। ਮਾਤਾ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਜਾਂਦੇ ਰਹਿੰਦੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਇਤਿਹਾਸਕਾਰ ਲਿਖਦੇ ਹਨ ਕਿ ਜਿਸ ਅਣਥੱਕ ਸੇਵਾ ਦੁਆਰਾ ਅੰਗਦ ਦੇਵ ਜੀ ਗੁਰਿਆਈ ਦੇ ਪਦ ਤੱਕ ਪਹੁੰਚੇ, ਉਸ ਵਿੱਚ ਖੀਵੀ ਜੀ ਦੀ ਸੇਵਾ ਦਾ ਵੀ ਉਚੇਚਾ ਹਿੱਸਾ ਸੀ। ਜਿਸ ਕਠਿਨ ਕਾਲ ਨੇ ਗੁਰੂ ਅੰਗਦ ਦੇਵ ਜੀ ਨੂੰ ਸਫਲਤਾ ਦੀ ਸਿਖਰ ਤੇ ਪਹੁੰਚਾਇਆ ਸੀ, ਉਸ ਵਿੱਚ ਖੀਵੀ ਜੀ ਦਾ ਸਬਰ, ਸੰਤੋਖ, ਪ੍ਰੇਮ, ਤਿਆਗ ਤੇ ਰਜ਼ਾ ਵਿੱਚ ਰਾਜ਼ੀ ਰਹਿਣਾ ਸ਼ਾਮਲ ਸੀ। ਮਾਤਾ ਖੀਵੀ ਜੀ ਦੀ ਸਮੁੱਚੀ ਜੀਵਨ ਵਿਧੀ ਨਿਰਸਵਾਰਥ ਤੇ ਨਿਸ਼ਕਾਮ ਸੀ ਤੇ ਉਹਨਾਂ ਦੀ ਸੇਵਾ ਕਿਸੇ ਪਹਿਲਾਂ ਤੋਂ ਮਿੱਥੇ ਉਦੇਸ਼ ਤੋਂ ਪ੍ਰੇਰਿਤ ਨਹੀਂ ਸੀ। ਜਦੋਂ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਦਾ ਸਦਕਾ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਪਦ ਪ੍ਰਾਪਤ ਹੋ ਗਿਆ ਤਾਂ ਉਹਨਾਂ ਦੀ ਗੁਰਿਆਈ ਸਮੇਂ ਮਾਤਾ ਖੀਵੀ ਜੀ ਨੇ ਉਚੇਚਾ ਯੋਗਦਾਨ ਦਿੱਤਾ। ਮਾਤਾ ਖੀਵੀ ਜੀ ਨੇ ਸੇਵਾ ਦਾ ਇਹ ਜਜ਼ਬਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਪ੍ਰਾਪਤ ਕੀਤਾ ਸੀ। ਕੁਝ ਵਿਦਵਾਨਾਂ ਨੇ ਇਸ ਦਾ ਆਪਣੀਆਂ ਲਿਖਤਾਂ ਵਿੱਚ ਚਰਚਾ ਵੀ ਕੀਤਾ ਹੈ। ਉਹ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਖਡੂਰ ਸਾਹਿਬ ਆਏ ਤਾਂ ਪਹਿਲਾਂ ਆਪਣੇ ਪਤੀ ਲਹਿਣਾ ਜੀ ਨਾਲ ਮਿਲ ਕੇ ਖੀਵੀ ਜੀ ਨੇ ਨਗਰ ਤੋਂ ਬਾਹਰ ਆ ਕੇ ਗੁਰੂ ਜੀ ਨੂੰ ਜੀ ਆਇਆਂ ਆਖਿਆ ਤੇ ਨਮਸਕਾਰ ਕੀਤੀ। ਗੁਰੂ ਨਾਨਕ ਦੇਵ ਜੀ 15 ਕੁ ਦਿਨ ਖਡੂਰ ਵਿੱਚ ਰਹੇ ਤੇ ਇਹ ਸਾਰਾ ਸਮਾਂ ਮਾਤਾ ਖੀਵੀ ਜੀ ਨੇ ਆਪਣੇ ਪਤੀ ਨਾਲ ਮਿਲ ਕੇ ਅਥਾਹ ਸੇਵਾ ਕੀਤੀ ਤੇ ਆਪਣੀਆਂ ਸੱਧਰਾਂ ਪੂਰੀਆਂ ਕੀਤੀਆਂ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ, ਤਬ ਮਾਤਾ ਖੀਵੀ ਜੀ गुरु अंगद जी दे कबीले ने सुना जो बाबा जी आए, तब माता जी गए, पूजा किया, बाबा जी के घर दर्शन। इसे तरह जन्म साखी गुरु अंगद साहिब जी विच लिखा है, एक दिन तिसदा प्रेम देख के गुरु नानक जी खडूर विखे आ दर्शन दिता। लैना जी इस्त्री सने चरनी लगे, तन मन धन सरबंस भेटा कर दिता। डॉक्टर जसपाल सिंह ने अपने खोज पत्र विच माता खीवी जी दे योगदान बारे लिखा है, माता खीवी जी दी निग्गर रचनात्मक सहभागिता ते सहयोग अत आवश्यक सी। इतिहास साखी है कि माता खीवी जी ने गुरु अंगद देव जी दे गुरु कारजां नूं सफलता सहित नेपरे चाढ़न विच पूरा हिस्सा पाया। माता खीवी जी नूं इस तत्थ दा पूर्ण एहसास सी कि पहली बार किसे नूं गुरु नानक देव जी दा उत्तराधिकारी बनन दा सुभाग प्राप्त होया है। गुरु परंपरा विच सत्ता परिवर्तन दा यह पहला अवसर है। पहली बार जगत गुरु बाबा नानक जी दी ज्योति किसे होर शरीर विच प्रवेश कीती। ओह अकाल जोत पहली बार काया पलट के किसे होर विच विद्यमान हुई। पहली बार कोई सिख गुरु द्वारा पाई हर प्रीख्या विच पूरी तरह खरा उतरिया है। गुरु ते सिख दे अभेद हो जाण दी यह पहली घटना है। गुरु अंगद देव जी दे गुरियाई समय माता खीवी दा सब तो वड्डा योगदान लंगर दी संस्था दा विकास ते प्रसार है। इस विकास ते प्रसार विच बहुता हिस्सा माता खीवी दा है। माता खीवी जी दे सहयोग नाल गुरु अंगद देव जी दे गुरु काल विच लंगर प्रथा नूं संस्थात्मक रूप प्राप्त हो गया। लंगर दा समुच्चा प्रबंध माता खीवी जी दे हत्थ विच सी। माता खीवी जी इस गल दा खास ख्याल रखदे कि गुरु दर्शना लई जां होर कोई व्यक्ति जो खडूर आवे इत्थों लंगर छके बिना भुखा ना जाए। ਇਹ ਲੰਗਰ ਸਭ ਵਰਣਾ ਤੇ ਸਭ ਧਰਮਾਂ ਲਈ ਖੁੱਲਾ ਸੀ। ਭਾਈ ਵੀਰ ਸਿੰਘ ਜੀ ਖੀਵੀ ਜੀ ਦੀ ਇਹ ਸੇਵਾ ਬਾਰੇ ਲਿਖਦੇ ਹਨ, ਗੁਰਿਆਈ ਪ੍ਰਾਪਤ ਕਰਨ ਪਿੱਛੋਂ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਨੂੰ ਗੁਰਿਆਈ ਬਖਸ਼ੀ ਸੀ, ਉਦੋਂ ਲੰਗਰ ਦੀ ਸੇਵਾ
ਖੀਵੀ ਜੀ ਦੇ ਹਿੱਸੇ ਆਈ ਸੀ। ਇਸੇ ਲਈ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦਾ ਕੰਮ-ਕਾਜ ਸੰਭਾਲ ਲਿਆ ਤੇ ਖੀਵੀ ਜੀ ਆਪਣੇ ਪਤੀ ਦੇ ਗੁਰਦੇਵ ਰੂਪ ਵਿੱਚ ਪਹਿਲੀ ਵਾਰ ਦਰਸ਼ਨ ਕਰਨ ਆਏ ਤਾਂ ਗੁਰੂ ਸਾਹਿਬ ਨੇ ਖੁਦ ਆਪਣੇ ਹੱਥੀਂ ਅੰਨਦਾਨ ਦਾ ਕੜਛਾ ਮਾਤਾ ਖੀਵੀ ਦੇ ਸਪੁਰਦ ਕਰਕੇ ਉਹਨਾਂ ਨੂੰ ਲੰਗਰ ਦਾ ਪ੍ਰਬੰਧ ਸੰਭਾਲ ਦਿੱਤਾ ਸੀ। ਉਸ ਵੇਲੇ ਸਮਝਾਇਆ ਤੇ ਮਾਤਾ ਖੀਵੀ ਜੀ ਨੇ ਨਮਸਕਾਰ ਕਰਕੇ ਆਪਣੇ ਸਾਰੇ ਜੀਵਨ ਨੂੰ ਅਰਪਿਤ ਕਰ ਦਿੱਤਾ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਅੰਗਦ ਦੇਵ ਜੀ ਨੇ ਅੰਨ ਦੇਗ ਦਾ ਕੜਛਾ ਮਾਤਾ ਖੀਵੀ ਨੂੰ ਐਵੇਂ ਫੜਾਇਆ ਜਿਵੇਂ ਭਵਿੱਖ ਵਿੱਚ ਬੋੜ ਬਣ ਜਾਣ ਵਾਲੇ ਕਿਸੇ ਦਰਖਤ ਦੀ ਪੌਦ ਉਹਨਾਂ ਦੇ ਸਪੁਰਦ ਕੀਤੀ ਗਈ ਹੋਵੇ। ਮਾਤਾ ਜੀ ਨੇ ਵੀ ਇਸ ਨਵੀਂ ਅੰਕੁਰਿਤ ਹੋ ਰਹੀ ਲੰਗਰ ਰੂਪੀ ਸੰਸਥਾ ਦੀ ਪੌਦ ਨੂੰ ਸਿੰਜਿਆ, ਸੰਵਾਰਿਆ ਤੇ ਜਰਖੇਜ਼ ਕੀਤਾ। ਨਤੀਜਾ ਉਹਨਾਂ ਦੀ ਸੁਚੱਜੀ ਸਰਪ੍ਰਸਤੀ ਵਿੱਚ ਲੰਗਰ ਇੱਕ ਪੂਰੀ ਤਰ੍ਹਾਂ ਵਿਕਸਤ ਤੇ ਸੰਪੂਰਨ ਸੰਸਥਾ ਦੇ ਰੂਪ ਵਿੱਚ ਸਿੱਖ ਪਰੰਪਰਾ ਦਾ ਅੰਗ ਬਣ ਗਿਆ। ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਕਾਲ ਵਿੱਚ ਮਾਤਾ ਖੀਵੀ ਜੀ ਦਾ ਇਹ ਚਮਤਕਾਰੀ ਯੋਗਦਾਨ ਸੀ। ਖੀਵੀ ਜੀ ਦੇ ਜੀਵਨ ਕਾਲ ਦਾ ਹਾਲ ਬਹੁਤ ਘੱਟ ਲੇਖਕਾਂ ਨੇ ਲਿਖਿਆ ਹੈ। ਉਂਝ ਤਾਂ ਸਿੱਖ ਜਗਤ ਨੇ ਆਪਣੇ ਸਮੁੱਚੇ ਵਿਰਸੇ ਤੇ ਇਤਿਹਾਸ ਦੀ ਘੱਟ ਸੰਭਾਲ ਕੀਤੀ ਹੈ, ਫਿਰ ਵੀ ਸੰਕੇਤ ਮਾਤਰ ਖੀਵੀ ਜੀ ਦੀਆਂ ਪ੍ਰਾਪਤੀਆਂ ਤੇ ਯੋਗਦਾਨ ਦਾ ਚਰਚਾ ਕਿਸੇ ਨਾ ਕਿਸੇ ਰੂਪ ਵਿੱਚ ਪੁਰਾਤਨ ਤੇ ਨਵੀਨ ਲਿਖਤਾਂ ਵਿੱਚ ਮਿਲ ਹੀ ਜਾਂਦਾ ਹੈ। ਉਹਨਾਂ ਦੀ ਲੰਗਰ ਦੀ ਸੇਵਾ ਨੂੰ ਗੁਰ ਇਤਿਹਾਸ ਲਿਖਣ ਵਾਲੇ ਸਾਰੇ ਵਿਦਵਾਨਾਂ ਨੇ ਬਿਆਨ ਕੀਤਾ ਤੇ ਸਲਾਹਿਆ ਹੈ, ਪਰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਣ ਪਿੱਛੋਂ ਦਾ ਜੀਵਨ ਕਾਲ ਘੱਟ ਮਹੱਤਵਪੂਰਨ ਨਹੀਂ। ਉਹ ਗੁਰਮਤ ਤੇ ਗੁਰੂ ਘਰ ਦੀ ਮਰਿਆਦਾ ਨੂੰ ਬੜੀ ਦਲੇਰੀ ਨਾਲ ਸੰਕਟ ਦੇ ਸਮੇਂ ਵੀ ਨਿਭਾਉਣ ਦਾ ਯਤਨ ਕਰਦੇ ਰਹੇ। ਭਾਵੇਂ ਹਰ ਮਾਂ ਦੀ ਕਮਜ਼ੋਰੀ ਜਾਂ ਪੁੱਤਰਾਂ ਦਾ ਮੋਹ ਪੁੱਤਰਾਂ ਦੇ ਹਿੱਤ ਵਿੱਚ ਬਦੋ-ਬਦੀ ਜਾਂਦਾ ਹੈ, ਪਰ ਖੀਵੀ ਜੀ ਦ੍ਰਿੜਤਾ ਨਾਲ ਇਸ ਮੋਹ ਮਾਇਆ ਦੇ ਜਾਲ ਦੇ ਉੱਪਰ ਉੱਠ ਕੇ ਗੁਰਮਰਿਆਦਾ ਲਈ ਪਹਿਰਾ ਦਿੰਦੇ ਰਹੇ। ਜਿਵੇਂ ਅਸੀਂ ਦੱਸ ਆਏ ਹਾਂ ਕਿ ਜਦੋਂ ਗੁਰਦੇਵ ਪਤੀ ਨੇ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਤੇ ਉਹਨਾਂ ਨੂੰ ਗੋਇੰਦਵਾਲ ਤੋਰਿਆ ਤਾਂ ਦੋਵੇਂ ਪੁੱਤਰ ਨਾਰਾਜ਼ ਹੋ ਗਏ। ਖੀਵੀ ਜੀ ਨੇ ਉਹਨਾਂ ਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਤੇ ਦਲੀਲਾਂ ਵੀ ਦਿੱਤੀਆਂ ਕਿ ਉਹ ਗੁਰਦੇਵ ਪਿਤਾ ਦੇ ਫੈਸਲੇ ਨੂੰ ਖਿੜੇ ਮੱਥੇ ਮੰਨਣ ਕਿ ਗੁਰੂ ਅਮਰਦਾਸ ਜੀ ਨੂੰ ਜਾ ਨਮਸਕਾਰ ਕਰਨ ਤੇ ਉਹਨਾਂ ਵੀ ਆਗਿਆ ਵਿੱਚ ਰਹਿਣ। ਮਾਤਾ ਜੀ ਨੂੰ ਉਦੋਂ ਬੜਾ ਦੁੱਖ ਹੋਇਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤਰਾਂ ਨੇ ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਨੂੰ ਮੰਦਾ ਬੋਲਿਆ ਤੇ ਨਮਸਕਾਰ ਕਰਨ ਦੀ ਥਾਂ ਜਾ ਠੁੱਡਾ ਮਾਰਿਆ ਹੈ। ਉਹਨਾਂ ਦੀ ਇਸ ਗਲਤੀ ਪਿੱਛੋਂ ਉਹ ਵੱਖਰੇ ਰਹਿਣ ਲੱਗ ਪਏ। ਉਹਨਾਂ ਦੀ ਇਸ ਗਲਤੀ ਤੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਉਹ ਗੋਇੰਦਵਾਲ ਵੀ ਗਏ, ਪਰ ਗੁਰੂ ਅਮਰਦਾਸ ਜੀ ਗੋਇੰਦਵਾਲ ਤੋਂ ਕਿਧਰੇ ਜਾ ਚੁੱਕੇ ਸਨ, ਜਿਸ ਕਾਰਨ ਮਾਤਾ ਖੀਵੀ ਜੀ ਵਾਪਸ ਖਡੂਰ ਸਾਹਿਬ ਪਰਤ ਆਏ। ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਸਪੁੱਤਰ ਦਾਸੂ ਜੀ ਨੇ ਆਪਣੇ ਆਪ ਨੂੰ ਗੁਰਗੱਦੀ ਦਾ ਵਾਰਿਸ ਸਮਝ ਕੇ ਗੁਰਿਆਈ ਦੀ ਪਗੜੀ ਬੰਨ੍ਹ ਲਈਏ ਤੇ ਗੁਰੂ ਬਣ ਕੇ ਦਰਬਾਰ ਲਾਉਣ ਲੱਗ ਪਏ ਹਨ। ਮਾਤਾ ਜੀ ਨੇ ਸੁਨੇਹਾ ਭੇਜਿਆ ਕਿ ਇਹ ਗਲਤ ਕੀਤਾ ਹੈ। ਆਪਣੇ ਗੁਰਦੇਵ ਪਿਤਾ ਦੇ ਫੈਸਲੇ ਦੀ ਉਲੰਘਣਾ ਕਰਨ ਵਾਲੇ ਪੁੱਤਰ ਨੂੰ ਮੇਰੇ ਮੱਥੇ ਲੱਗਣ ਦਾ ਵੀ ਹੁਣ ਕੋਈ ਅਧਿਕਾਰ ਨਹੀਂ, ਪਰ ਕੁਦਰਤ ਦੀ ਕਰਨੀ। ਅਜੇ ਪੂਰਾ ਮਹੀਨਾ ਵੀ ਨਹੀਂ ਸੀ ਬੀਤਿਆ ਕਿ ਦਾਸੂ ਜੀ ਨੂੰ ਲਕਵਾ ਹੋ ਗਿਆ, ਮੂੰਹ ਵਿੰਗਾ ਹੋ ਗਿਆ, ਸਿਰ ਫਿਰ ਗਿਆ ਤੇ ਤਰਾਟਾਂ ਪੈਣ ਲੱਗੀਆਂ। ਉਹਨਾਂ ਕਈ ਹਕੀਮਾਂ ਵੈਦਾਂ ਤੋਂ ਇਹਦਾ ਇਲਾਜ ਕਰਵਾਇਆ, ਪਰ ਆਰਾਮ ਨਾ ਆਇਆ। ਅਖੀਰ ਉਹਨਾਂ ਮਾਤਾ ਜੀ ਨੂੰ ਸੁਨੇਹਾ ਭੇਜਿਆ ਤੇ ਇਸ ਦਾ ਇਲਾਜ ਪੁੱਛਿਆ। ਮਾਤਾ ਖੀਵੀ ਜੀ ਨੇ ਉੱਤਰ ਭੇਜਿਆ ਤੇ ਉਹਨਾਂ ਕਿਹਾ, ਜਿਹੜਾ ਜ਼ਬਰਦਸਤੀ ਗੁਰਿਆਈ ਦੀ ਪੰਡ ਚੁੱਕ ਲਈਏ, ਇਸ ਦੇ ਭਾਰ ਨਾਲ ਅਜਿਹਾ ਸੰਕਟ ਆਉਣਾ ਹੀ ਸੀ। ਇਸ ਦਾ ਇਲਾਜ ਇੱਕੋ ਹੈ,
ਗੁਰਿਆਈ ਦੀ ਪੰਡ ਉਤਾਰ ਕੇ ਤੇ ਗੁਰੂ ਅਮਰਦਾਸ ਜੀ ਤੋਂ ਖਿਮਾ ਮੰਗੋ। ਉਹਨਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਤੇਰਾ ਇਹ ਦੁੱਖ ਦੂਰ ਹੋ ਸਕਦਾ ਹੈ। ਉਹਨੇ ਫਿਰ ਸੁਨੇਹਾ ਭੇਜਿਆ ਕਿ ਮੇਰੇ ਨਾਲ ਚੱਲੋ ਤੇ ਮੈਨੂੰ ਖਿਮਾ ਕਰਵਾਓ। ਜਦ ਉਹਨੇ ਗੁਰੂ ਬਣਨ ਦਾ ਇਰਾਦਾ ਛੱਡਿਆ ਤਾਂ ਮਾਤਾ ਜੀ ਉਹਨੂੰ ਲੈ ਕੇ ਗੋਇੰਦਵਾਲ ਆਏ ਤੇ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕਰਕੇ ਸਾਰਾ ਕੁਝ ਦੱਸਿਆ। ਦਾਸੂ ਜੀ ਦੇ ਸਿਰ ਤੇ ਹੱਥ ਰੱਖਣ ਲਈ ਬੇਨਤੀ ਕੀਤੀ ਤੇ ਦਾਸੂ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਢਹਿ ਪਏ। ਗੁਰੂ ਜੀ ਮਿਹਰ ਦੇ ਘਰ ਆਏ ਤੇ ਆਪਣਾ ਪਵਿੱਤਰ ਹੱਥ ਉਹਦੇ ਸਿਰ ਤੇ ਰੱਖ ਕੇ ਮਾਫ ਕਰ ਦਿੱਤਾ। ਦਾਸੂ ਜੀ ਦਾ ਸਿਰ ਮੂੰਹ ਸਿੱਧਾ ਹੋ ਗਿਆ ਤੇ ਦਰਦ ਦੀਆਂ ਤਰਾਟਾਂ ਵੀ ਖਤਮ ਹੋ ਗਈਆਂ। ਮਾਤਾ ਖੀਵੀ ਜੀ ਦੀ ਦੂਰ ਦ੍ਰਿਸ਼ਟੀ ਤੇ ਪ੍ਰੇਰਨਾ ਸਦਕਾ ਹੀ ਉਹਨਾਂ ਦੇ ਦੋਵੇਂ ਸੁਪੁੱਤਰ ਇਹ ਬਗਾਵਤ ਤਿਆਗ ਕੇ ਸਿੱਧੇ ਰਾਹ ਪੈ ਗਏ। ਖੀਵੀ ਜੀ ਦੀ ਇੱਕ ਹੋਰ ਦੇਣ ਆਪਣੀਆਂ ਬੱਚੀਆਂ ਨੂੰ ਨਿਤਨੇਮੀ ਤੇ ਗੁਰਬਾਣੀ ਕੰਠ ਕਰਾ ਕੇ ਉਸ ਦੇ ਨਾਮ ਰਸ ਵਿੱਚ ਲੀਨ ਹੋਣ ਲਈ ਤਿਆਰ ਕਰਨਾ ਹੈ। ਉਹਨਾਂ ਦੀ ਸੁਪੁੱਤਰੀ ਅਮਰੋ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਬਾਸਰ ਕੇ ਵਿਆਹੀ ਹੋਈ ਸੀ। ਉਹਦੇ ਵਿਆਹ ਸਮੇਂ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਤੇ ਗਏ ਹੋਏ ਸਨ, ਇਸ ਲਈ ਉਹ ਜੰਝ ਨਾਲ ਖਡੂਰ ਨਾ ਗਏ। ਫਿਰ ਯਾਤਰਾ ਤੋਂ ਮੁੜਦਿਆਂ ਜਦ ਇੱਕ ਸਾਧ ਨੇ ਨਗੁਰਾ ਕਹਿ ਕੇ ਉਹਨਾਂ ਦਾ ਸਾਥ ਛੱਡ ਦਿੱਤਾ, ਉਹਨਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਤੇ ਉਹ ਬਹੁਤ ਚਿੰਤਾਤੁਰ ਹੋਏ। ਨਾਲ ਦੇ ਘਰੋਂ ਅੰਮ੍ਰਿਤ ਵੇਲੇ ਬੜੀ ਮਿੱਠੀ ਆਵਾਜ਼ ਵਿੱਚ ਬਾਣੀ ਪੜ੍ਹਨ ਦੀ ਆਵਾਜ਼ ਆਈ। ਉਹਨਾਂ ਪੁੱਛਿਆ, ਇਹ ਕੌਣ ਹੈ? ਪਰਿਵਾਰ ਨੇ ਉਹਨਾਂ ਨੂੰ ਦੱਸਿਆ ਕਿ ਇਹ ਤੁਹਾਡੀ ਭਤੀਜ ਨੂੰ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸੀ। ਬਾਬਾ ਅਮਰਦਾਸ ਜੀ ਨੇ ਉਸ ਨੂੰ ਬੁਲਾਇਆ ਤੇ ਪੁੱਛਿਆ, ਇਹ ਮਨ ਨੂੰ ਧੂ ਪਾਉਣ ਵਾਲੀ ਤੇ ਅੰਤਰ-ਆਤਮਾ ਦੇ ਕਪਾਟ ਖੋਲਣ ਵਾਲੀ ਕਿਸ ਦੀ ਬਾਣੀ ਹੈ? ਪਰਿਵਾਰ ਨੇ ਦੱਸਿਆ ਕਿ ਇਹ ਗੁਰੂ ਨਾਨਕ ਜੀ ਦੀ ਬਾਣੀ ਹੈ। ਤੁਸਾਂ ਕਿੱਥੋਂ ਲਈਏ ਤੇ ਗੁਰੂ ਨਾਨਕ ਕਿੱਥੇ ਹਨ? ਮੈਂ ਉਹਨਾਂ ਦੇ ਦਰਸ਼ਨਾਂ ਨੂੰ ਜਾਣਨਾ ਚਾਹੁੰਦਾ ਹਾਂ। ਤਾਂ ਬੀਬੀ ਅਮਰੋ ਨੇ ਦੱਸਿਆ ਕਿ ਉਹ ਜੋਤੀ ਜੋਤ ਸਮਾ ਚੁੱਕੇ ਹਨ। ਉਹਨਾਂ ਦੀ ਜੋਤ ਦਾ ਮੇਰੇ ਪਿਤਾ ਜੀ ਦੇ ਅੰਦਰ ਪ੍ਰਕਾਸ਼ ਹੋ ਗਿਆ ਹੈ। ਉਹ ਗੁਰੂ ਨਾਨਕ ਦੀ ਗੱਦੀ ਦੇ ਖਡੂਰ ਵਿੱਚ ਵਾਰਿਸ ਹਨ। ਇਸ ਬਾਣੀ ਨੂੰ ਪੜ੍ਹਨ ਲਈ ਸੰਗਤਾਂ ਨੂੰ ਪ੍ਰੇਰਦੇ ਹਨ। ਮੈਂ ਆਪਣੀ ਮਾਤਾ ਕੋਲੋਂ ਇਹ ਬਾਣੀ ਕੰਠ ਕੀਤੀ ਹੈ। ਉਹ ਇਸ ਦਾ ਨਿਤ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਨੇ। ਸੰਗਤ ਨਾਲ ਮਿਲ ਕੇ ਗੁਰਬਾਣੀ ਦਾ ਕੀਰਤਨ ਵੀ ਕਰਦੇ ਹਨ। ਬੀਬੀ ਅਮਰੋ ਦੀ ਪ੍ਰਭਾਵਸ਼ਾਲੀ ਗੱਲ ਸੁਣ ਕੇ ਬਾਬਾ ਅਮਰਦਾਸ ਜੀ ਨੇ ਕਿਹਾ, ਮੈਨੂੰ ਛੇਤੀ ਖਡੂਰ ਸਾਹਿਬ ਲੈ ਚੱਲੋ ਤੇ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਕਰਨ ਵਿੱਚ ਮਦਦ ਕਰੋ। ਇਸ ਸਾਖੀ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਮਾਤਾ ਖੀਵੀ ਜੀ ਅੰਮ੍ਰਿਤ ਵੇਲੇ ਨਿਤਨੇਮ ਨਾਲ ਬਾਣੀ ਪੜ੍ਹਦੇ, ਫਿਰ ਸੰਗਤ ਵਿੱਚ ਜਾ ਕੇ ਕੀਰਤਨ ਸੁਣ ਕੇ ਰੂਹਾਨੀ ਖੁਰਾਕ ਪ੍ਰਾਪਤ ਕਰਦੇ। ਉਹਨਾਂ ਦੀ ਪ੍ਰੇਰਨਾ ਨਾਲ ਹੀ ਬੱਚੀਆਂ ਗੁਰਬਾਣੀ ਨਾਲ ਜੁੜੀਆਂ ਤੇ ਬਾਬਾ ਅਮਰਦਾਸ ਜੀ ਨੂੰ ਗੁਰੂ ਦਰਬਾਰ ਤੱਕ ਪਹੁੰਚਾਉਣ ਦਾ ਵਸੀਲਾ ਬਣਿਆ। ਖੀਵੀ ਜੀ ਨਿਰੰਤਰ ਹਰ ਮਹੀਨੇ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਂਦੇ ਤੇ ਤੀਜੀ ਨਾਨਕ ਜੋਤ ਨੂੰ ਨਮਸਕਾਰ ਕਰਨ ਤੋਂ ਬਾਅਦ ਬਹੁਤਾ ਸਮਾਂ ਗੁਰੂ ਅਮਰਦਾਸ ਜੀ ਦੇ ਲੰਗਰ ਦੀ ਸੇਵਾ ਵਿੱਚ ਬਿਤਾਉਂਦੇ। ਗੁਰੂ ਅਮਰਦਾਸ ਜੀ ਇਹਨਾਂ ਨੂੰ ਮਾਤਾ ਜਾਣ ਕੇ ਇਹਨਾਂ ਦਾ ਸਤਿਕਾਰ ਕਰਦੇ। ਭਾਵੇਂ ਮਾਤਾ ਖੀਵੀ ਜੀ ਉਮਰ ਵਿੱਚ ਉਹਨਾਂ ਨਾਲੋਂ ਬਹੁਤ ਛੋਟੀ ਸੀ, ਪਰ ਗੁਰੂ ਅਮਰਦਾਸ ਜੀ ਖੀਵੀ ਜੀ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਤੇ ਪੂਰਾ ਮਾਣ ਸਤਿਕਾਰ ਦਿੰਦੇ। ਖੀਵੀ ਜੀ ਉਹਨਾਂ ਨੂੰ ਗੁਰੂ ਨਾਨਕ ਦੀ ਜੋਤ ਤੇ ਗੁਰਦੇਵ ਪਤੀ ਵਾਲੀ ਜੁਗਤ ਨੂੰ ਅਪਣਾਉਣ ਵਾਲੇ ਸਮਝ ਕੇ ਉਹਨਾਂ ਅੱਗੇ ਝੁਕਦੇ। ਦੋਵੇਂ ਪਾਸੇ ਇਹ ਸਾਂਝ ਤੇ ਪਿਆਰ ਦਾ ਜਜ਼ਬਾ ਜੀਵਨ ਦੇ ਅੰਤਲੇ ਸਮੇਂ ਤੱਕ ਜਾਰੀ ਰਿਹਾ। ਗੁਰੂ ਅਮਰਦਾਸ ਜੀ ਕਈ ਵਾਰ ਸੰਗਤ ਵਿੱਚ ਉਹਨਾਂ ਦੇ ਬੈਠਿਆਂ ਇਹ ਗੱਲ ਦੁਹਰਾਉਂਦੇ ਕਿ ਮੈਨੂੰ ਜੋ ਕੁਝ ਪ੍ਰਾਪਤ ਹੋਇਆ ਹੈ ਸਭ ਖਡੂਰ ਵਿੱਚ ਇਹਨਾਂ ਦੀ ਸੇਵਾ ਕਰਦਿਆਂ ਤੇ ਇਹਨਾਂ ਦੀ ਨਾਮ ਸਿਮਰਨ ਦੀ ਜਾਗ ਸਦਕਾ ਹੈ। ਹਨੇਰੇ ਵਿੱਚ ਭਟਕਦੇ ਨੂੰ ਇਹਨਾਂ ਤੋਂ ਹੀ ਚਾਨਣ ਪ੍ਰਾਪਤ ਹੋਇਆ ਹੈ। ਉਹ ਮਾਤਾ ਖੀਵੀ ਜੀ ਦੀ ਉੱਚ ਆਤਮਾ ਦੀ ਪ੍ਰਸ਼ੰਸਾ ਕਰਦੇ ਤੇ ਉਹਨਾਂ ਦੇ ਸੁਭਾਅ ਦੇ ਗੁਣਾਂ ਨੂੰ
ਬਿਆਨ ਕਰਦੇ। ਸੰਗਤਾਂ ਨੂੰ ਮਾਤਾ ਖੀਵੀ ਜਿਹਾ ਲਗਨ, ਪਿਆਰ, ਜ਼ਬਾਨ ਦੀ ਮਿਠਾਸ ਤੇ ਪਿਆਰ ਦੇ ਜਜ਼ਬੇ ਨੂੰ ਗ੍ਰਹਿਣ ਕਰਨ ਦਾ ਉਪਦੇਸ਼ ਵੀ ਦਿੰਦੇ। ਮਾਤਾ ਖੀਵੀ ਉਹ ਖੁਸ਼ਕਿਸਮਤ ਗੁਰੂ ਮਹਿਲ ਹੈ ਜਿਸ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ 5 ਪਾਤਸ਼ਾਹੀਆਂ ਦੇ ਦਰਸ਼ਨ ਦੀਦਾਰੇ ਕੀਤੇ ਤੇ ਮਿੱਠੇ ਬਚਨ ਸੁਣੇ ਤੇ ਇਹਨਾਂ ਰਾਹੀਂ ਸੇਵਾ ਦੇ ਜਜ਼ਬੇ ਨੂੰ ਹੋਰ ਵਧਾਇਆ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਆਪਣੇ ਪਤੀ ਲਹਿਣਾ ਜੀ ਦੇ ਨਾਲ ਪਹਿਲੀ ਵਾਰ ਕਰਤਾਰਪੁਰ ਰਾਵੀ ਜਾ ਕੇ ਕੀਤੇ। 2 ਵਾਰ ਗੁਰੂ ਨਾਨਕ ਦੇਵ ਜੀ ਖਡੂਰ ਸਾਹਿਬ ਵੀ ਆਏ ਤੇ ਖੀਵੀ ਜੀ ਨੂੰ ਆਪਣੇ ਪਤੀ ਨਾਲ ਮਿਲ ਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਦਾ ਅਵਸਰ ਵੀ ਪ੍ਰਾਪਤ ਹੋਇਆ। ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਨਾਲ ਹੀ ਖੀਵੀ ਜੀ ਨੂੰ ਲੰਗਰ ਦੀ ਸੇਵਾ ਮਿਲੀ। ਗੁਰੂ ਅੰਗਦ ਸਾਹਿਬ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਸਦਕਾ ਹੀ ਖੀਵੀ ਜੀ ਨੂੰ ਲੰਗਰ ਦੀ ਸੇਵਾ ਮਿਲੀ। ਗੁਰੂ ਅੰਗਦ ਦੇਵ ਜੀ ਤਾਂ ਉਹਨਾਂ ਦੇ ਪਤੀ ਸਨ ਜੋ 1539 ਵਿੱਚ ਉਹਨਾਂ ਦੇ ਗੁਰਦੇਵ ਪਤੀ ਬਣ ਗਏ। ਉਹਨਾਂ ਦੇ ਜੋਤੀ ਜੋਤ ਸਮਾਉਣ ਤੱਕ ਗੁਰਦੇਵ ਪਤੀ ਦੀ ਅਣਥੱਕ ਸੇਵਾ ਵਿੱਚ ਹਾਜ਼ਰ ਰਹੇ। ਗੁਰੂ ਅਮਰਦਾਸ ਨੂੰ ਉਹਨਾਂ ਪਹਿਲਾਂ ਖਡੂਰ ਵਿੱਚ ਨਾਮ ਸਿਮਰਨ ਵਿੱਚ ਲੀਨ, ਗੁਰੂ ਦੀ ਆਗਿਆ ਪਾਲਣ ਤੇ ਗੁਰੂ ਜੀ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦਿਆਂ ਵੇਖਿਆ। ਉਹਨਾਂ ਸਾਹਮਣੇ ਆਪਣੀ ਘਾਲ ਕਮਾਈ ਨਾਲ ਤੀਜੀ ਨਾਨਕ ਜੋਤ ਬਣਨ ਦਾ ਅਵਸਰ ਵੀ ਡਿੱਠਾ। ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਨਿਰੰਤਰ 22 ਸਾਲ ਉਹ ਗੋਇੰਦਵਾਲ ਗੁਰੂ ਦਰਸ਼ਨਾਂ ਨੂੰ ਜਾਂਦੇ ਤੇ ਸੰਗਤ ਨਾਲ ਮਿਲ ਕੇ ਉਹਨਾਂ ਦੇ ਇਲਾਹੀ ਬਚਨ ਸੁਣਦੇ ਰਹੇ। ਉਹ ਖੁਸ਼ ਹੁੰਦੇ ਕਿ ਉਹਨਾਂ ਦੇ ਗੁਰਦੇਵ ਪਤੀ ਦੀ ਤੀਜੀ ਨਾਨਕ ਜੋਤ ਦੀ ਚੋਣ ਬੇਹੱਦ ਠੀਕ ਸਾਬਤ ਹੋ ਰਹੀ ਹੈ। ਗੁਰੂ ਅਮਰਦਾਸ ਜੀ ਨੇ ਨਾਰੀ ਸੁਧਾਰ ਦੇ ਜੋ ਕਾਰਜ ਸ਼ੁਰੂ ਕੀਤੇ, ਖਾਸ ਕਰਕੇ ਜਦ ਗੁਰੂ ਘਰ ਵਿੱਚ ਘੁੰਡ ਕੱਢ ਕੇ ਆਉਣ ਦੀ ਮਨਾਹੀ ਹੋਈ ਜਾਂ ਵਿਧਵਾ ਵਿਆਹ ਦੀ ਰਸਮ ਤੇ ਜ਼ੋਰ ਦਿੱਤਾ ਜਾਂਦਾ ਵੇਖਿਆ ਤਾਂ ਖੀਵੀ ਜੀ ਨੇ ਇਸ ਨੂੰ ਸਲਾਹਿਆ ਤੇ ਜਿਹੜਾ ਵੀ ਉਹਨਾਂ ਨੂੰ ਮਿਲਦਾ ਉਸ ਸਮਾਜ ਸੁਧਾਰ ਦੀ ਲਹਿਰ ਨੂੰ ਸਲਾਉਂਦੇ ਨਾ ਥੱਕਦੇ। ਭਾਵੇਂ ਗੋਇੰਦਵਾਲ ਵਿੱਚ ਸੇਵਾ ਕਰਦਿਆਂ ਭਾਈ ਜੇਠਾ ਜੀ ਨੂੰ ਵੀ ਦੇਖਿਆ ਤੇ ਬੀਬੀ ਭਾਨੀ ਨਾਲ ਉਹਨਾਂ ਦਾ ਵਿਆਹ ਹੁੰਦਾ ਵੀ ਡਿੱਠਾ, ਪਰ ਉਹ ਗੁਰੂ ਰਾਮਦਾਸ ਬਣ ਕੇ ਚੌਥੀ ਨਾਨਕ ਜੋਤ ਦੇ ਰੂਪ ਵਿੱਚ ਪ੍ਰਗਟ ਹੋਏ ਤਾਂ ਮਾਤਾ ਖੀਵੀ ਜੀ ਬਿਰਧ ਅਵਸਥਾ ਦੀਆਂ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਦ੍ਰਿੜਤਾ ਤੇ ਦਲੇਰੀ ਸਦਕਾ ਗੁਰੂ ਦਰਸ਼ਨਾਂ ਨੂੰ ਪਹੁੰਚਦੇ ਰਹੇ। ਯਥਾ ਸ਼ਕਤ ਗੁਰੂ ਦਰਬਾਰ ਅਤੇ ਲੰਗਰ ਲਈ ਵਸਤਾਂ ਵੀ ਲਿਜਾਂਦੇ ਰਹੇ। ਜਿੱਥੋਂ ਤੱਕ ਹੋ ਸਕਿਆ ਹੱਥੀਂ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੇ ਰਹੇ। ਇਸੇ ਤਰ੍ਹਾਂ ਅੰਮ੍ਰਿਤਸਰ ਗੁਰੂ ਦਰਬਾਰ ਤੇ ਗੁਰੂ ਪਰਿਵਾਰ ਦੀ ਸੇਵਾ ਕਰਦਿਆਂ ਉਹਨਾਂ ਗੁਰੂ ਅਰਜਨ ਦੇਵ ਜੀ ਦੇ ਵੀ ਦਰਸ਼ਨ ਕੀਤੇ। ਉਹਨਾਂ ਨੂੰ ਯਾਦ ਰਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਕਦੇ ਵਰ ਦਿੰਦਿਆਂ ਇਹ ਬਚਨ ਕੀਤੇ ਸਨ। ਉਹਨਾਂ ਨੂੰ ਯਾਦ ਰਿਹਾ ਕਿ ਗੁਰੂ ਅਮਰਦਾਸ ਜੀ ਨੇ ਕਦੇ ਵਰ ਦਿੰਦਿਆਂ ਇਹ ਬਚਨ ਕੀਤੇ ਸਨ, ਦੋਹਿਤਾ ਬਾਣੀ ਕਾ ਬੋਹਿਥਾ। ਮਰਦ ਸ਼੍ਰੇਣੀ ਵਿੱਚੋਂ ਬਾਬਾ ਬੁੱਢਾ ਜੀ ਅਜਿਹੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਦੇ ਦਰਸ਼ਨ ਕੀਤੇ ਤੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 5 ਗੁਰੂ ਸਾਹਿਬਾਨ ਨੂੰ ਨਾਨਕ ਜੋਤ ਬਣਨ ਤੇ ਗੁਰਗੱਦੀ ਤੱਕ ਬੈਠਣ ਸਮੇਂ ਤਿਲਕ ਵੀ ਲਾਇਆ। ਗੁਰੂ ਮਹਿਲਾਂ ਵਿੱਚੋਂ ਮਾਤਾ ਖੀਵੀ ਜੀ ਨੂੰ 5 ਪਾਤਸ਼ਾਹੀਆਂ ਦੇ ਦਰਸ਼ਨ ਕਰਨ ਤੇ ਸੇਵਾ ਵਿੱਚ ਸਮਾਂ ਲਾਉਣ ਦਾ ਅਵਸਰ ਮਿਲਿਆ। ਖੀਵੀ ਜੀ ਦੇ ਗੁਰਦੇਵ ਪਤੀ ਗੁਰੂ ਅੰਗਦ ਦੇਵ ਜੀ ਸਨ 1552 ਨੂੰ ਜੋਤੀ ਜੋਤ ਸਮਾਏ ਤੇ ਮਾਤਾ ਖੀਵੀ ਜੀ ਉਹਨਾਂ ਪਿੱਛੋਂ 30 ਸਾਲ ਤੱਕ ਜਿਉਂਦੇ ਰਹੇ। ਪਤੀ ਦੇ ਵਿਛੋੜੇ ਨੂੰ ਉਹਨਾਂ ਗੁਰਮਤਿ ਸਿਧਾਂਤ ਅਨੁਸਾਰ ਸਬਰ ਸੰਤੋਖ ਤੇ ਗੁਰੂ ਘਰ ਦੀ ਸੇਵਾ ਤੇ ਨਾਮ ਸਿਮਰਨ ਵਿੱਚ ਜੁਟ ਕੇ ਬਿਤਾਇਆ ਅਤੇ ਸੰਸਾਰ ਸਾਹਮਣੇ ਆਦਰਸ਼ਕ ਜੀਵਨ ਦੀ ਇੱਕ ਮਿਸਾਲ ਪੈਦਾ ਕੀਤੀ। ਉਹਨਾਂ ਦਾ ਜੀਵਨ ਗੁਰਮਤਿ ਵਿੱਚ ਵਿਸ਼ਵਾਸ, ਨਾਮ ਸਿਮਰਨ ਤੇ ਸੇਵਾ ਦੀ ਲਗਨ ਨਾਰੀ ਜਗਤ ਲਈ
ਇੱਕ ਚਾਨਣ ਮੁਨਾਰਾ ਹੈ। ਇਤਿਹਾਸ ਦੇ ਵਿਦਵਾਨ ਲਿਖਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੇ ਸੰਨ 1552 ਵਿੱਚ ਜੋਤੀ ਜੋਤ ਸਮਾਉਣ ਪਿੱਛੋਂ ਮਾਤਾ ਖੀਵੀ ਜੀ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਘਰ ਨਾਲ ਜੁੜੇ ਰਹੇ। ਜਦੋਂ ਆਪਣੇ ਸੁਪੁੱਤਰ ਦਾਸੂ ਜੀ ਨੂੰ ਲੈ ਕੇ ਮਾਤਾ ਖੀਵੀ ਜੀ ਗੋਇੰਦਵਾਲ ਆਏ ਤਾਂ ਉਹਨਾਂ ਦੇ ਸੁਪੁੱਤਰ ਨੇ ਗੁਰੂ ਅਮਰਦਾਸ ਜੀ ਅੱਗੇ ਆ ਸਿਰ ਝੁਕਾਇਆ ਤੇ ਖਿਮਾਦਾਨ ਦੀ ਮੰਗ ਕੀਤੀ ਤਾਂ ਗੁਰੂ ਅਮਰਦਾਸ ਜੀ ਦੇ ਮੁਖਾਰ ਬਿੰਦ ਤੋਂ ਨਿਕਲਿਆ, ਧੰਨ ਹੈ ਮਾਤਾ, ਅੱਜ ਤੂੰ ਗੁਰੂ ਪਰੰਪਰਾ ਨੀਂਹ ਨੂੰ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਹੈ। ਇਸ ਘਟਨਾ ਤੇ ਗੁਰੂ ਜੀ ਦੇ ਬਚਨਾਂ ਦਾ ਜ਼ਿਕਰ ਕੇਸਰ ਸਿੰਘ ਛਿੱਬਰ ਦੇ ਬੰਸਾਵਲੀ ਨਾਮੇ ਵਿੱਚ ਬੜੇ ਰੌਚਕ ਢੰਗ ਨਾਲ ਕੀਤਾ ਹੋਇਆ ਮਿਲਦਾ ਹੈ। ਇਸ ਤਰ੍ਹਾਂ ਮਾਤਾ ਖੀਵੀ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਗੁਰੂ ਘਰ ਵਿੱਚ ਉਸਾਰੂ ਭੂਮਿਕਾ ਨਿਭਾਉਂਦਿਆਂ ਗੁਰੂ ਅਮਰਦਾਸ ਦੀ ਗੁਰਤਾ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਤੇ ਗੁਰੂ ਪਰੰਪਰਾ ਦੀ ਨਿਰੰਤਰਤਾ ਬਹਾਲ ਰੱਖਣ ਵਿੱਚ ਉਚੇਚਾ ਹਿੱਸਾ ਪਾਇਆ। ਲੰਗਰ ਦੀ ਪ੍ਰਥਾ ਦੀ ਖੀਵੀ ਜੀ ਨੇ ਇਤਨੀ ਵਿਸ਼ੇਸ਼ਤਾ ਬਣਾਈ ਕਿ ਇਹ ਸਿੱਖ ਪੰਥ ਦੀ ਸਾਰੇ ਜਗਤ ਵਿੱਚ ਪ੍ਰਸਿੱਧ ਸੰਸਥਾ ਬਣਦੀ ਗਈ। ਖੀਵੀ ਜੀ ਦੀਆਂ ਲੀਹਾਂ ਤੇ ਚੱਲਦਿਆਂ ਅੱਜ ਤੱਕ ਸਿੱਖ ਧਰਮ ਵਿੱਚ ਲੰਗਰ ਨੂੰ ਵਿਲੱਖਣ ਤੇ ਮਹੱਤਵਪੂਰਨ ਸਥਾਨ ਮਿਲ ਚੁੱਕਿਆ ਹੈ। ਜਿੱਥੇ ਗੁਰਦੁਆਰਾ ਹੈ ਉੱਥੋਂ ਆਤਮਿਕ ਖੁਰਾਕ ਮਨੁੱਖ ਜਾਤੀ ਨੂੰ ਮਿਲ ਰਹੀ ਹੈ, ਉੱਥੇ ਸਰੀਰਕ ਭੁੱਖ ਮਿਟਾਉਣ ਲਈ ਲੰਗਰ ਵੀ ਅਵੱਸ਼ ਮਿਲ ਰਿਹਾ ਹੈ। ਵਿਦਵਾਨਾਂ ਦੀ ਰਾਏ ਅਨੁਸਾਰ ਮਾਤਾ ਖੀਵੀ ਦੇ ਜੀਵਨ ਅਤੇ ਕਾਰਜ ਖੇਤਰ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ, ਗੁਰੂ ਅੰਗਦ ਦੇਵ ਨਾਲ ਵਿਆਹ ਤੋਂ ਗੁਰਿਆਈ ਪ੍ਰਾਪਤ ਕਰਨ ਦਾ ਸਮਾਂ ਮਾਤਾ ਜੀ ਦੇ ਸਿਦਕ ਦੀ ਪ੍ਰੀਖਿਆ ਦਾ ਸਮਾਂ ਸੀ। ਗੁਰੂ ਅੰਗਦ ਜੀ ਕਠੋਰ ਪ੍ਰੀਖਿਆ ਤੋਂ ਸਫਲ ਹੋ ਕੇ ਗੁਰਿਆਈ ਨੂੰ ਪ੍ਰਾਪਤ ਹੋਏ ਤਾਂ ਮਾਤਾ ਖੀਵੀ ਜੀ ਸਬਰ ਤੇ ਸਿਦਕ ਦੀ ਸਿਖਰ ਛੋਹ ਕੇ ਗੁਰੂ ਅੰਗਦ ਦੇਵ ਜੀ ਦੀ ਪ੍ਰਸੰਨਤਾ ਦੇ ਪਾਤਰ ਬਣੇ। ਗੁਰੂ ਦਰਬਾਰ ਦੇ ਰੱਖ ਰਖਾਅ, ਸੰਗਤਾਂ ਦੀ ਸੇਵਾ ਤੇ ਲੰਗਰ ਪ੍ਰਬੰਧ ਦੀ ਸੇਵਾ ਨੂੰ ਬੇਮਿਸਾਲ ਸਫਲਤਾ ਨਾਲ ਨਿਭਾਇਆ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਹਰ ਹੀਲਾ ਵਰਤ ਕੇ ਪੁੱਤਰਾਂ ਨੂੰ ਗੁਰੂ ਅਮਰਦਾਸ ਜੀ ਦੇ ਚਰਨੀ ਲਾ ਕੇ ਸਿੱਖ ਪਰੰਪਰਾ ਵਿੱਚ ਮਿਸਾਲ ਕਾਇਮ ਕੀਤੀ। ਹਰ ਪੜਾਅ ਮਾਤਾ ਜੀ ਲਈ ਚੁਣੌਤੀਆਂ ਭਰਿਆ ਸੀ। ਮਾਤਾ ਜੀ ਦਾ ਸਿਦਕ ਇਹਨਾਂ ਔਕੜਾਂ ਤੇ ਬਹੁਤ ਭਾਰੂ ਸਾਬਤ ਹੋਇਆ ਹੈ। ਪੰਜਾਬੀ ਵਿੱਚ ਇਹ ਅਖੌਤ ਮਸ਼ਹੂਰ ਹੈ ਕਿ ਮਾਵਾਂ ਠੰਡੀਆਂ ਛਾਵਾਂ। ਇਹ ਵੀ ਜਗਤ ਪ੍ਰਸਿੱਧ ਹੈ ਕਿ ਮਾਂ ਦਾ ਦਿਲ ਬੱਚਿਆਂ ਦੇ ਪਿਆਰ ਨਾਲ ਅਜਿਹਾ ਭਰਪੂਰ ਹੁੰਦਾ ਹੈ ਕਿ ਕੇਵਲ ਆਪਣੇ ਬੱਚਿਆਂ ਨੂੰ ਹੀ ਪਿਆਰ ਕਰਨ ਵਾਲੀ ਹੁੰਦੀ ਹੈ। ਮਾਂ ਦਾ ਦਿਲ ਕਿਸੇ ਬੱਚੇ ਨੂੰ ਰੋਂਦਿਆਂ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਤੇ ਉਸ ਦਾ ਮਾਰਗਦਰਸ਼ਨ ਕਰਨਾ ਮਾਂ ਦੇ ਦਿਲ ਦੀ ਖੂਬੀ ਹੁੰਦੀ ਹੈ। ਮਾਂ ਦੇ ਜਿੰਨੇ ਗੁਣ ਵਿਦਵਾਨਾਂ ਨੇ ਗਿਣੇ ਹਨ ਉਹ ਸਾਰੇ ਮਾਤਾ ਖੀਵੀ ਵਿੱਚ ਪ੍ਰਤੱਖ ਸਨ। ਗੁਰੂ ਪਤਨੀ ਮਾਂ ਤੁਲ ਹੀ ਹੁੰਦੀ ਹੈ। ਮਾਂ ਦਾ ਨਿੱਘ ਮਿਲਣਾ ਸੁਭਾਵਕ ਹੁੰਦਾ ਹੈ। ਮਾਤਾ ਖੀਵੀ ਜੀ ਸਾਖਿਆਤ ਮਾਂ ਸਨ ਸਿੱਖ ਸੰਗਤਾਂ ਲਈ। ਮਾਤਰਤਵ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਮਾਂ ਤੋਂ ਜਿਸ ਸਿਖਰ ਦੀ ਆਸ ਰੱਖੀ ਜਾ ਸਕਦੀ ਹੈ ਉਹ ਲੈ ਕੇ ਸੰਗਤਾਂ ਮਾਤਾ ਜੀ ਪਾਸ ਆਉਂਦੀਆਂ। ਮਾਤਾ ਕੋਲ ਆਈਆਂ ਦੂਰ ਦਰਾਡੇ ਤੋਂ ਸੰਗਤਾਂ ਇਹਨਾਂ ਕੋਲ ਰਹਿ ਕੇ ਨਿਸ਼ਚਿੰਤ ਹੋ ਜਾਂਦੀਆਂ ਹਨ। ਆਪਣਾ ਸਾਰਾ ਧਿਆਨ ਗੁਰੂ ਸਿੱਖਿਆ ਗ੍ਰਹਿਣ ਕਰਨ ਵਿੱਚ ਲਾਉਂਦੀਆਂ। ਮਾਤਾ ਖੀਵੀ ਜੀ ਬਹੁਤ ਭਲੇ ਸੁਭਾਅ ਦੇ ਮਾਲਕ ਸਨ। ਉਹਨਾਂ ਦੀ ਛਾਂ ਸੰਘਣੀ ਸੀ। ਸੱਤੇ ਬਲਵੰਡ ਅਨੁਸਾਰ ਮਾਤਾ ਜੀ ਦਾ ਵਿਅਕਤਿਤਵ ਦੇ ਉੱਚਤਮ ਸਿਖਰ ਦਾ ਪ੍ਰਤੀਕ ਹੈ। ਮਹਾਨ ਮਾਂ ਨੂੰ ਨਮਸਕਾਰ ਹੈ। ਸਾਰੀ ਉਮਰ ਸੇਵਾ ਵਿੱਚ ਹੀ ਲੱਗੇ ਰਹੇ ਤੇ ਕਦੇ ਚਿਹਰੇ ਤੇ ਸ਼ਿਕਨ ਨਾ ਆਇਆ। ਗੁਰੂ ਮਹਿਲ ਪਰੰਪਰਾ ਵਿੱਚ ਮਾਤਾ ਖੀਵੀ ਜੀ ਦਾ ਮਹਾਨ ਸਥਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।